ਸਾਹਿਬ ਜੀਓ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਹਰਿਗੋਬਿੰਦ ਜੀ ਬਿਨਤੀ ਪਤਨੀ ਪਾਏ। ਪੁਨ ਸੰਗਤ ਕੋ ਦੁਖੀ ਲਖ ਚਹੈ ਗੁਰੂ ਪ੍ਰਗਟਾਏ। ਦੋਹਰਾ ਸ੍ਰੀ ਗੁਰ ਹਰਿਗੋਬਿੰਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਦਾਰ ਗੁਰਮੇਲ ਸਿੰਘ ਜੀ, ਸਰਦਾਰ ਨਿਰਮਲ ਸਿੰਘ ਜੀ ਫਤਿਹ ਕੇ ਪਰਿਵਾਰ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੇ ਨਵਾਂ ਮਕਾਨ ਬਣਾਇਆ, ਕੋਠੀ ਬਣਾਈ ਹੈ। ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ, ਧੰਨਵਾਦ ਕਰਨ ਵਾਸਤੇ ਆਪਣੇ ਗ੍ਰਹਿ ਵਿਖੇ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਪਵਾਏ ਹਨ ਅਤੇ ਨਾਲ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਖੰਡ ਜਾਪ ਸਮੇਤ ਜਪਜੀ ਸਾਹਿਬ ਦੇ ਸਤਿਕਾਰਯੋਗ ਗਿਆਨੀ ਨਛੱਤਰ ਸਿੰਘ ਜੀ ਅਲਾਚੌਰ ਵਾਲੇ ਜਥੇ ਦੇ ਪਾਸੋਂ ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਅਖੰਡ ਜਾਪ ਪ੍ਰਾਰੰਭ ਹੋਏ ਹਨ। ਸੋ ਬਾਣੀ ਦੇ ਚੱਲ ਰਹੇ ਪ੍ਰਵਾਹ ਵਿੱਚੋਂ ਬਾਣੀ ਨੂੰ ਪੜ੍ਹ ਕੇ ਸੁਣ ਕੇ ਆਪਣਾ ਲਾਹਾ ਹਾਸਲ ਕਰ ਰਹੇ ਹਾਂ। ਰਾਤਰੀ ਦਾ ਸਮਾਂ ਜਾਣ ਕੇ ਰਾਤਰੀ ਦੇ ਦੀਵਾਨ ਸਜਾਉਣ ਵਾਸਤੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਗੁਰਬਾਣੀ ਦੇ ਮਨੋਹਰ ਸ਼ਬਦਾਂ ਦਾ ਕੀਰਤਨ ਹੋ ਰਿਹਾ ਸੀ। ਉਸ ਤੋਂ ਉਪਰੰਤ ਕੁਝ ਕੁ ਸਮਾਂ ਆਪਾਂ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਪ੍ਰਸੰਗ ਪੜ੍ਹ ਕੇ ਜਿੱਥੇ ਸਮੇਂ ਨੂੰ ਸਫਲ ਕਰਾਂਗੇ ਉੱਥੇ ਨਾਲ ਸਤਿਗੁਰਾਂ ਦੇ ਪਾਵਨ ਇਤਿਹਾਸ ਦੇ ਵਿੱਚੋਂ ਸੇਧ ਲੈ ਕੇ ਲਾਭ ਵੀ ਹਾਸਲ ਕਰਾਂਗੇ, ਲਾਹਾ ਵੀ ਲਵਾਂਗੇ। ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਆਪਣੇ ਗ੍ਰਹਿ ਵਿਖੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨ ਪਵਾਏ ਜਾਣ ਔਰ ਮਹਾਰਾਜ ਦੀ ਬਾਣੀ ਦਾ ਸੰਪੂਰਨ ਪਾਠ ਹੋਵੇ ਔਰ ਨਾਲ ਗੁਰੂ ਕਾ ਲੰਗਰ ਚੱਲੇ, ਸੰਗਤ ਦੇ ਚਰਨ ਪੈਣ। ਇਤਿਹਾਸ ਵਿੱਚ ਪ੍ਰਸੰਗ ਆਉਂਦਾ ਕਿ ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਨੂੰ ਜਦੋਂ ਕੈਰਵਾਂ ਨੇ ਦੁਰਯੋਧਨ ਵਰਗਿਆਂ ਨੇ ਰਾਜ ਨਾ ਦਿੱਤਾ, ਦੇਸ਼ ਨਿਕਾਲਾ ਦੇ ਦਿੱਤਾ, ਬਨੋਵਾਸ ਦੇ ਦਿੱਤਾ, ਕ੍ਰਿਸ਼ਨ ਭਗਵਾਨ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਵੀ ਸਾਨੂੰ ਕੋਈ ਉਪਾਅ ਦੱਸੋ ਵੀ ਜਿਹਦੇ ਨਾਲ ਸਾਡਾ ਰਾਜ ਭਾਗ ਮੁੜ ਕਾਇਮ ਹੋ ਜਾਵੇ। ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਕਿ ਤੁਸੀਂ ਇਕੱਠੇ ਹੋ ਕੇ ਜਗ ਕਰਵਾਓ। ਜੇ ਉਹ ਜਗ ਸੰਪੂਰਨ ਹੋ ਜਾਵੇ ਫਿਰ ਤੁਹਾਨੂੰ ਰਾਜ ਭਾਗ ਦੀ ਪ੍ਰਾਪਤੀ ਹੋ ਸਕਦੀ ਹੈ। ਕ੍ਰਿਸ਼ਨ ਭਗਵਾਨ ਜੀ ਤੋਂ ਇਹ ਸੁਣ ਕੇ ਆਗਿਆ ਲੈ ਕੇ ਪਾਂਡਵਾਂ ਨੇ ਜਗ ਪ੍ਰਾਰੰਭ ਕਰ ਦਿੱਤਾ ਔਰ ਉਸ ਸਮੇਂ ਦੀ ਇਹ ਮਰਜ਼ਾਦਾ ਸੀ ਕਿ ਇੱਕ ਸੰਖ ਨੂੰ ਬੜੇ ਸਤਿਕਾਰ ਦੇ ਨਾਲ ਕਿਸੇ ਉੱਚੀ ਥਾਂ ਤੇ ਪਹਾੜ ਦੇ ਉੱਪਰ ਰੱਖ ਦਿਆ ਕਰਦੇ ਔਰ ਇਸੇ ਤਰ੍ਹਾਂ ਇੱਕ ਵੱਡਾ ਸਾਰਾ ਘੜਿਆਲ ਉਸ ਨੂੰ ਸਤਿਕਾਰ ਦੇ ਨਾਲ ਉੱਪਰ ਉੱਚੀ ਜਗ੍ਹਾ ਦੇ ਉੱਪਰ ਬੰਨ੍ਹ ਦਿਆ ਕਰਦੇ। ਜਗ ਸੰਪੂਰਨ ਹੋਣ ਤੋਂ ਬਾਅਦ, ਜਗ ਖਤਮ ਹੋਣ ਤੋਂ ਬਾਅਦ ਉਹ ਸੰਖ ਤੇ ਘੜਿਆਲ ਆਪਣੇ ਆਪ ਵੱਜਣ ਲੱਗ ਜਾਂਦੇ ਸਨ। ਜੇ ਤਾਂ ਉਹ ਆਪਣੇ ਆਪ ਵੱਜਣ ਲੱਗ ਪੈਂਦੇ ਫਿਰ ਸਮਝ ਲਿਆ ਜਾਂਦਾ ਵੀ ਸਾਡਾ ਜੋ ਜਗ ਕੀਤਾ ਉਹ ਸੰਪੂਰਨ ਹੋ ਗਿਆ, ਪੂਰਾ ਹੋ ਗਿਆ, ਵੀ ਜਿਸ ਮਨੋਰਥ ਦੇ ਵਾਸਤੇ ਅਸੀਂ ਇਹ ਜਗ ਕੀਤਾ ਸੀ ਉਹ ਸਾਡਾ ਹੁਣ ਪੂਰਾ ਹੋ ਜਾਵੇਗਾ। ਉਹ ਪਾਂਡਵਾਂ ਨੇ ਜਗ ਕੀਤਾ ਪਰ ਉਹ ਸੰਖ ਤੇ ਘੜਿਆਲ ਨਾ ਵੱਜਿਆ। ਕ੍ਰਿਸ਼ਨ ਭਗਵਾਨ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਕੋਈ ਪੀਰ ਫਕੀਰ ਨਹੀਂ ਛੱਡਿਆ, ਸਾਰਿਆਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਭੋਜਨ ਪ੍ਰਸ਼ਾਦਾ ਛਕਾਇਆ ਹੈ,
ਪਰ ਮਹਾਰਾਜ ਜਗ ਸੰਪੂਰਨ ਨਹੀਂ ਹੋਇਆ। ਇਹ ਕਿਵੇਂ ਹੋ ਗਿਆ ਵੀ ਜੇ ਅਸੀਂ ਇਸ ਨੂੰ ਇਸ ਤਰ੍ਹਾਂ ਛੱਡਦੇ ਹਾਂ ਫਿਰ ਮਹਾਰਾਜ ਬਦਨਾਮੀ ਬਹੁਤ ਹੋਊਗੀ ਵੀ ਪੰਜਾਂ ਪਾਂਡਵਾਂ ਨੇ ਜਗ ਪ੍ਰਾਰੰਭ ਕੀਤਾ, ਉਹ ਜਗ ਸੰਪੂਰਨ ਹੀ ਨਹੀਂ ਹੋਇਆ। ਵੀ ਕਿਰਪਾ ਕਰੋ ਵੀ ਸਾਨੂੰ ਕੋਈ ਹੱਲ ਦੱਸੋ, ਕੋਈ ਹੀਲਾ ਦੱਸੋ, ਕੋਈ ਉਪਰਾਲਾ ਦੱਸੋ ਵੀ ਜਿਸ ਨਾਲ ਜਗ ਵੀ ਸੰਪੂਰਨ ਹੋ ਜਾਵੇ, ਸਾਡਾ ਖਹਿੜਾ ਵੀ ਛੁੱਟ ਜਾਵੇ। ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਵੀ ਤੁਹਾਡੇ ਜਗ ਦੇ ਵਿੱਚ ਭਾਵੇਂ ਬਹੁਤ ਲੋਕਾਂ ਨੇ ਆ ਕੇ, ਬਹੁਤ ਸਾਧੂ ਸੰਤਾਂ ਨੇ ਆ ਕੇ ਭੋਜਨ ਪ੍ਰਸ਼ਾਦਾ ਛਕਿਆ, ਪਰ ਜੇ ਤੁਹਾਡੇ ਜਗ ਦੇ ਵਿੱਚ ਕੋਈ ਸੰਤੋਖੀ ਮਹਾਤਮਾ ਔਰ ਇਸੇ ਤਰ੍ਹਾਂ ਜਿਹਦੇ ਮਨ ਦੇ ਵਿੱਚ ਕੋਈ ਰਾਗ ਦਵੇਸ਼ ਨਾ ਹੋਵੇ, ਵੀ ਕਿਸੇ ਦੇ ਨਾਲ ਈਰਖਾ ਨਾ ਹੋਵੇ, ਕਿਸੇ ਦੇ ਨਾਲ ਬਹੁਤਾ ਸਨੇਹ ਨਾ ਹੋਵੇ, ਵੀ ਈਰਖਾ ਦਵੇਸ਼ ਤੋਂ ਬਿਨਾਂ ਔਰ ਸੰਤੋਖੀ ਮਹਾਤਮਾ ਨੇ ਨਹੀਂ ਆ ਕੇ ਭੋਜਨ ਛਕਿਆ, ਇਸ ਕਰਕੇ ਤੁਹਾਡਾ ਇਹ ਜਗ ਸੰਪੂਰਨ ਨਹੀਂ ਹੋਇਆ। ਕਹਿਣ ਲੱਗੇ ਮਹਾਰਾਜ ਦੱਸੋ ਫਿਰ ਐਸਾ ਕਿਹੜਾ ਮਹਾਤਮਾ ਅੱਜ ਦੇ ਸਮੇਂ। ਕ੍ਰਿਸ਼ਨ ਭਗਵਾਨ ਜੀ ਨੇ ਦੱਸਿਆ ਵੀ ਵਾਲਮੀਕ ਜੀ ਨੇ ਤੁਹਾਡੇ ਜਗ ਦੇ ਵਿੱਚ ਚੱਲ ਨਹੀਂ ਪਾਏ, ਉਹਨਾਂ ਨੇ ਭੋਜਨ ਨਹੀਂ ਛਕਿਆ, ਉਹਨਾਂ ਨੂੰ ਤੁਸੀਂ ਬੇਨਤੀ ਕਰਕੇ ਲੈ ਕੇ ਆਓ। ਇਕੱਠੇ ਹੋ ਕੇ ਗਏ, ਸਮਾਧੀ ਵਿੱਚ ਸਨ। ਜਦੋਂ ਸਮਾਧੀ ਤੋਂ ਉਥਾਨ ਹੋਏ, ਬੇਨਤੀ ਕੀਤੀ ਕਿ ਮਹਾਰਾਜ ਅਸੀਂ ਜਗ ਰੱਖਿਆ, ਉਹ ਸੰਪੂਰਨ ਨਹੀਂ ਹੋਇਆ। ਕ੍ਰਿਸ਼ਨ ਭਗਵਾਨ ਜੀ ਨੇ ਤੁਹਾਡੀ ਬੜੀ ਸਿਫਤ ਕੀਤੀ ਹੈ ਕਿ ਜੇ ਵਾਲਮੀਕ ਜੀ ਇਸ ਜਗ ਦੇ ਵਿੱਚ ਆ ਕੇ ਆਉਣ ਤਾਂ ਉਹ ਸੰਪੂਰਨ ਪੂਰਾ ਹੋ ਸਕਦਾ। ਵੀ ਤੁਸੀਂ ਕਿਰਪਾ ਕਰੋ ਮਹਾਰਾਜ, ਸਾਡੇ ਉਹ ਜਗ ਦੇ ਵਿੱਚ ਸਾਡੇ ਗ੍ਰਹਿ ਵਿਖੇ ਚਰਨ ਪਾਓ ਤਾਂ ਜੋ ਸੰਪੂਰਨ ਹੋਵੇ। ਉਹ ਵਾਲਮੀਕ ਜੀ ਕਹਿਣ ਲੱਗੇ ਵੀ ਮੈਂ ਚਲਾ ਤਾਂ ਜਾਵਾਂ, ਪਰ ਮੇਰੀ ਇੱਕ ਸ਼ਰਤ ਹੈ। ਉਹ ਸ਼ਰਤ ਕੀ ਹੈ ਵੀ ਤੁਸੀਂ ਪਹਿਲਾਂ ਮੈਨੂੰ 101 ਜਗ ਦੇ ਫਲ ਦੀ ਚੁੜੀ ਛੱਡੋ, ਵੀ ਅਸੀਂ ਤੁਹਾਨੂੰ 101 ਜਗ ਕੀਤੇ ਦਾ ਜੋ ਫਲ ਹੈ ਉਹ ਦਿੰਦੇ ਹਾਂ, ਚੁੜੀ ਛੱਡੋ, ਫਿਰ ਅਸੀਂ ਚੱਲਾਂਗੇ। ਉਹ ਸੁਣ ਕੇ ਕਹਿਣ ਲੱਗੇ ਮਹਾਰਾਜ ਵੀ ਸਾਡੇ ਤੋਂ ਤਾਂ ਇੱਕ ਹੀ ਨਹੀਂ ਪੂਰਾ ਹੋਇਆ, ਵੀ 101 ਅਸੀਂ ਕਿਵੇਂ ਕਰਾਂਗੇ। ਇੱਕ ਦਾ ਸਾਨੂੰ ਫਿਕਰ ਪਿਆ ਵੀ ਇਹ ਕਿਵੇਂ ਦੂਸਰੇ ਪਾਸੇ ਸਾਡਾ ਹੱਥ ਲੱਗੇ ਸੰਪੂਰਨ ਹੋਵੇ। ਵਾਪਸ ਮੁੜਿਆ, ਕਹਿਣ ਲੱਗੇ ਜੀ ਵੀ ਉਹ ਤਾਂ ਨਹੀਂ ਮੰਨਦੇ। ਉਹ ਕਹਿੰਦੇ ਆ ਵੀ 101 ਜਗ ਕੀਤੇ ਦਾ ਫਲ ਸਾਨੂੰ ਦਿਓ ਪਹਿਲਾਂ, ਫਿਰ ਆਵਾਂਗੇ ਮਹਾਰਾਜ, ਸਾਡੇ ਤੋਂ ਤਾਂ ਇੱਕ ਹੀ ਨਹੀਂ ਸੰਪੂਰਨ ਹੋਇਆ। ਸੁਣ ਕੇ ਜੋ ਕੋਲ ਦ੍ਰੋਪਦੀ ਸੀ ਉਹ ਕਹਿਣ ਲੱਗੀ ਵੀ ਜੇ ਮੈਨੂੰ ਆਗਿਆ ਹੋਵੇ ਵੀ ਮੈਂ ਜਾ ਕੇ ਉਹਨਾਂ ਨੂੰ ਲੈ ਆਵਾਂ। ਬੜੇ ਦ੍ਰੋਪਦੀ ਤੇ ਖਿਜੇ, ਕਹਿਣ ਲੱਗੀ ਅਸੀਂ ਪੰਜਾਂ ਨੇ ਜਾ ਕੇ ਕਿਹਾ, ਸਾਡੀ ਗੱਲ ਨਹੀਂ ਮੰਨੀ, ਤੂੰ ਕਿਵੇਂ ਲੈ ਆਏ। ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਵੀ ਕੋਈ ਨਹੀਂ, ਇਹਨੂੰ ਜਾਣ ਦਿਓ, ਰਾਜੇ ਦੀ ਸਪੁੱਤਰੀ ਹੈ, ਸਿਆਣੀ ਹੈ, ਪੜ੍ਹੀ ਲਿਖੀ ਹੈ, ਜਾਣ ਦਿਓ ਤੁਸੀਂ ਇੱਕ ਵਾਰੀ, ਕੀ ਆ ਜਾਣ। ਨਹੀਂ ਫਿਰ ਉਹਨਾਂ ਦਾ ਜਵਾਬ ਤਾਂ ਹੈਗਾ ਹੀ ਹੈ। ਦ੍ਰੋਪਦੀ ਗਈ, ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਵੀ ਸਾਡੇ ਘਰ ਦੇ ਵਿੱਚ ਜਗ ਰੱਖਿਆ, ਉਹ ਪੂਰਾ ਨਹੀਂ ਹੋਇਆ, ਸੰਪੂਰਨ ਨਹੀਂ ਹੋਇਆ। ਮਹਾਰਾਜ ਤੁਸੀਂ ਕਿਰਪਾ ਕਰੋ, ਸਾਡੇ ਗ੍ਰਹਿ ਵਿਖੇ ਮੁਬਾਰਕ ਚਰਨ ਪਾਓ, ਭੋਜਨ ਪ੍ਰਸ਼ਾਦਾ ਛਕੋ। ਤੂੰ ਕੌਣ ਹੈ ਵੀ? ਮੈਂ ਜੀ ਉਹਨਾਂ ਪੰਜਾਂ ਪਾਂਡਵਾਂ ਦੀ ਪਤਨੀ ਹਾਂ। ਕਹਿਣ ਲੱਗੇ ਅਸੀਂ ਉਹਨਾਂ ਨੂੰ ਕਿਹਾ ਸੀ ਜੋ ਸਾਡੀ ਸ਼ਰਤ ਆ ਉਹ ਤੁਸੀਂ ਪੂਰੀ ਕਰ ਦਿਓ, ਅਸੀਂ ਚੱਲ ਪੈਨੇ।
ਵੀ 101 ਜਗ ਕੀਤੇ ਦੇ ਫਲ ਸਾਨੂੰ ਦੇ ਦਿਓ, ਅਸੀਂ ਚਲੇ ਜਾਵਾਂਗੇ। ਸੁਣ ਕੇ ਦ੍ਰੋਪਦੀ ਵਿਦਵਾਨ ਸੀ, ਪੜ੍ਹੀ ਲਿਖੀ ਸੀ, ਸਿਆਣੀ ਸੀ, ਰਾਜੇ ਦੀ ਸਪੁੱਤਰੀ ਸੀ। ਕਹਿਣ ਲੱਗੀ, ਮਹਾਰਾਜ ਮੈਂ ਤੁਹਾਡੇ ਵਰਗੇ ਸਿਮਰਨ ਵਾਲੇ ਸਾਧੂਆਂ ਤੋਂ ਸੁਣਿਆ ਵੀ ਜਦੋਂ ਕਿਸੇ ਪੂਰੇ ਸੂਰੇ ਸਾਧੂ ਕੋਲੇ ਚੱਲ ਕੇ ਜਾਈਏ, ਉਹ ਜਿੰਨੇ ਕਦਮ ਚੱਲ ਕੇ ਜਾਈਏ, ਇੱਕ ਕਦਮ ਦੇ ਵਿੱਚ ਇੱਕ ਜੱਗ ਜਿੰਨਾ ਫਲ ਹੁੰਦਾ। ਸਾਧੂ ਦੇ ਵੱਲ ਜਾਣਾ ਚੱਲ ਕੇ, ਪੂਰੇ ਸੂਰੇ ਸਾਧੂ। ਇਸ ਕਰਕੇ ਮਹਾਰਾਜ ਵੀ ਜਿੰਨੇ ਕਦਮ ਮੈਂ ਚੱਲ ਕੇ ਆਈ ਹਾਂ, ਉਹ ਇੱਕ ਇੱਕ ਕਦਮ ਦੇ ਵਿੱਚ ਉਹ ਜੱਗ ਦਾ ਫਲ ਆ। ਉਹਨਾਂ ਤੁਸੀਂ 101 ਕਦਮ ਦਾ ਰੱਖ ਲਓ ਤੇ ਬਾਕੀ ਤੁਸੀਂ ਮੈਨੂੰ ਦੇ ਦਿਓ ਤੇ ਨਾਲ ਚੱਲੋ। ਸੁਣ ਕੇ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਵੀ ਗੱਲ ਤਾਂ ਠੀਕ ਹੈ, ਚਲੋ ਅਸੀਂ ਆਵਾਂਗੇ। ਕਹਿਣ ਲੱਗੀ, ਨਹੀਂ ਮਹਾਰਾਜ ਨਾਲ ਲੈ ਕੇ ਜਾਣਾ, ਚਲੋ। ਵਾਲਮੀਕ ਜੀ ਆ ਗਏ। ਪਾਂਡਵ ਬੜੇ ਹੈਰਾਨ ਹੋਏ ਵੀ ਸਾਡੇ ਪੰਜਾਂ ਨੇ ਅਸੀਂ ਮਿੰਨਤਾਂ ਕੀਤੀਆਂ ਵੀ ਆਏ ਨਹੀਂ, ਇਹ ਕਿਵੇਂ ਲੈ ਆਏ? ਪਰ ਕਹਿਣ ਲੱਗੇ ਦ੍ਰੋਪਦੀ ਨੂੰ ਵੀ ਚੰਗਾ, ਹੁਣ ਇਹਨਾਂ ਨੂੰ ਨਾ ਭੋਜਨ ਪ੍ਰਸ਼ਾਦਾ ਤੂੰ ਹੀ ਬਣਾ ਕੇ ਛਕਾ, ਅਸੀਂ ਨਹੀਂ ਇਹਨਾਂ ਦੇ ਨੇੜੇ ਆਉਂਦੇ, ਤੂੰ ਹੀ ਭੋਜਨ ਪ੍ਰਸ਼ਾਦਾ ਆਪਦੇ ਹੱਥਾਂ ਨਾਲ ਬਣਾ ਕੇ ਛਕਾ ਤੇ ਜਗ ਸੰਪੂਰਨ ਹੋਵੇ। ਉਹ ਦ੍ਰੋਪਦੀ ਨੇ ਉਸ ਸਮੇਂ ਇਤਿਹਾਸ ਵਿੱਚ ਪ੍ਰਸੰਗ ਹੋਗਾ ਵੀ 36 ਪ੍ਰਕਾਰ ਦਾ ਭੋਜਨ ਬਣਾਇਆ, ਬਣਾ ਕੇ ਵਾਲਮੀਕ ਜੀ ਦੇ ਅੱਗੇ ਲਿਆ ਕੇ ਰੱਖਿਆ ਕਿ ਮਹਾਰਾਜ ਭੋਜਨ ਛਕੋ, ਜਗ ਸੰਪੂਰਨ ਹੋਵੇ। ਉਹ ਭੋਜਨ ਛਕਣ ਤੋਂ ਪਹਿਲਾਂ ਮਰਜ਼ਾਦਾ ਸੀ ਵੀ ਭਗਵਾਨ ਨੂੰ ਭੋਗ ਲਵਾਉਣਾ ਸੀ ਉਹਨਾਂ ਨੇ। ਵਿਚਾਰਿਆ ਵੀ ਕ੍ਰਿਸ਼ਨ ਭਗਵਾਨ ਉਸ ਸਮੇਂ ਦੇ ਅਵਤਾਰ ਸਨ, ਵੀ ਇਹ 36 ਪ੍ਰਕਾਰ ਦੇ ਵਿੱਚੋਂ ਕਿਹੜੀ ਚੀਜ਼ ਦਾ ਭੋਗ ਲਵਾਵਾਂ। ਔਰ ਉਸ ਸਮੇਂ ਫਕੀਰਾਂ ਦੇ ਵਿੱਚ, ਸਾਧੂਆਂ ਸੰਤਾਂ ਦੇ ਵਿੱਚ ਇਹ ਮਰਜ਼ਾਦਾ ਸੀ ਵੀ 2.5 ਬੁਰਕੀਆਂ ਦਾ ਭੋਜਨ ਛਕਦੇ ਸੀ। 2.5 ਬੁਰਕੀਆਂ ਮਤਲਬ ਜਿਵੇਂ ਇੱਕ ਹੱਥ ਦੇ ਵਿੱਚ ਜਿੰਨਾ ਭੋਜਨ ਪੈ ਜਾਵੇ ਉਸ ਨੂੰ ਇੱਕ ਗਰਾਹੀ, ਇੱਕ ਬੁਰਕੀ ਕਹਿੰਦੇ ਸੀ। 2.5 ਬੁਰਕੀਆਂ ਦਾ ਭੋਜਨ ਸਾਧੂ ਸੰਤ ਛਕਦੇ ਸਨ, ਫਕੀਰ ਛਕਦੇ ਸਨ। ਔਰ 5-6 ਗਰਾਹੀਆਂ ਦਾ ਭੋਜਨ ਗ੍ਰਸਤੀਆਂ ਦਾ ਸੀ ਖੁਰਾਕ। ਭੋਗ ਲਵਾਉਣਾ ਸੀ, ਇਸ ਕਰਕੇ ਉਹਨਾਂ ਨੇ ਕਿਹਾ ਵੀ ਕੀ ਪਤਾ ਭਗਵਾਨ ਹੁਣ ਕੀ ਛਕਣਾ ਚਾਹੁੰਦੇ ਆ, ਕਿਹੜੀ ਚੀਜ਼ ਦਾ ਭੋਗ ਲਵਾਵਾਂ। ਉਹਨਾਂ ਨੇ ਕੀ ਕੀਤਾ ਵੀ ਜੋ 36 ਤਰ੍ਹਾਂ ਦਾ ਭੋਜਨ ਸੀ ਨਾ, ਉਹ ਸਾਰਾ ਇੱਕ ਥਾਂ ਤੇ ਇਕੱਠਾ ਕਰ ਲਿਆ। ਇਕੱਠਾ ਕਰਕੇ ਭਗਵਾਨ ਨੂੰ ਭੋਗ ਲਵਾ ਕੇ ਤੇ 2.5 ਗਰਾਹੀਆਂ ਛਕ ਲਿਆ ਔਰ ਦੋਨਾਂ ਹੱਥਾਂ ਦੇ ਨਾਲ ਉਹ ਛਕਣ ਲੱਗ ਗਏ। ਦੇਖ ਕੇ ਦ੍ਰੋਪਦੀ ਦੇ ਮਨ ਵਿੱਚ ਸ਼ੰਕਾ ਹੋਈ ਵੀ ਕ੍ਰਿਸ਼ਨ ਭਗਵਾਨ ਜੀ ਨੇ ਬੜੀ ਸਿਫਤ ਕੀਤੀ ਆ ਵੀ ਅੱਜ ਦੇ ਸਮੇਂ ਈਰਖਾ ਦਵੈਸ਼, ਰਾਗ ਦਵੈਸ਼ ਤੋਂ ਬਿਨਾਂ ਇਹ ਮਹਾਨ ਹਨ ਔਰ ਸੰਤੋਖੀ ਹੈ। ਬੰਦਗੀ ਕਰਕੇ ਮਹਾਨ ਤਾਂ ਬਣ ਗਿਆ ਪਰ ਭੋਜਨ ਨਹੀਂ ਛਕਣਾ ਹੈ। ਇਹ ਤਾਂ ਪ੍ਰਤਾਖੀ ਆਪਣੇ ਵਿੱਚੋਂ ਵੀ ਕੋਈ ਦੋਨਾਂ ਹੱਥਾਂ ਨਾਲ ਭੋਜਨ ਛਕਣ ਲੱਗ ਜਾਵੇ, ਸਾਰਾ ਕੁਝ ਇਕੱਠਾ ਕਰ ਲਵੇ, ਆਪਾਂ ਕਹਾਂਗੇ ਵੀ ਛਕਣਾ ਨਹੀਂ ਆਉਂਦਾ। ਇਸ ਮਨ ਵਿੱਚ ਸ਼ੰਕਾ ਹੋਈ ਵੀ ਮਹਾਨ ਤਾਂ ਹੈਗੇ ਆ, ਠੀਕ ਹੈ, ਪਰ ਭੋਜਨ ਨਹੀਂ ਛਕਣਾ ਆਉਂਦਾ। ਛਕ ਲਿਆ ਭੋਜਨ। ਉਹ ਜਗ ਸੰਪੂਰਨ ਹੋਣ ਵਾਸਤੇ ਜੋ ਸ਼ੰਖ ਵਿੱਚ ਵੱਜਣਾ ਸੀ, ਘੜਿਆਲ ਵੱਜਣਾ ਸੀ, ਉਹ ਬਿਲਕੁਲ ਮਾੜਾ ਜਿਹਾ ਵੱਜਿਆ। ਫਿਰ ਪੰਜੇ ਪਾਂਡਵ ਇਕੱਠੇ ਹੋ ਕੇ ਭਗਵਾਨ ਕੋਲੇ ਗਏ ਵੀ ਮਹਾਰਾਜ ਦੀ ਸੰਪੂਰਨਤਾ ਵਾਸਤੇ ਜੋ ਘੜਿਆਲ ਵੱਜਣਾ ਸੀ, ਘੜਿਆਲ ਵੱਜਣਾ ਸੀ, ਸ਼ੰਖ ਵੱਜਣਾ ਸੀ, ਉਹ ਮਹਾਰਾਜ ਵੱਜਿਆ ਤਾਂ ਹੈ
ਪਰ ਪੂਰਾ ਨਹੀਂ ਵੱਜਿਆ, ਉਹ ਗੱਲ ਨਹੀਂ ਬਣੀ। ਕਹਿਣ ਲੱਗੇ ਵੀ ਜਿਹੜੇ ਉਹ ਮਹਾਤਮਾ ਆਏ ਆ ਨਾ, ਉਹਨਾਂ ਦੇ ਉੱਪਰ ਤੁਸੀਂ ਕਿਸੇ ਨੇ ਸ਼ੰਕਾ ਕੀਤੀ ਹੋਣੀ ਹੈ, ਇਸ ਕਰਕੇ ਵੀ ਪੂਰਾ ਨਹੀਂ ਵੱਜਿਆ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਉਹਨਾਂ ਦੇ ਨੇੜੇ ਗਏ ਹੀ ਨਹੀਂ, ਵੀ ਜਦੋਂ ਸਾਡੇ ਕਹੇ ਤੇ ਆਏ ਨੇ ਅਸੀਂ ਤਾਂ ਦ੍ਰੋਪਦੀ ਨੂੰ ਹੀ ਕਹਿਤਾ ਵੀ ਤੂੰ ਹੀ ਭੋਜਨ ਬਣਾ ਕੇ ਤੂੰ ਹੀ ਛਕਾ, ਅਸੀਂ ਨਹੀਂ ਮਹਾਰਾਜ ਸ਼ੰਕਾ ਕੀਤੀ। ਸੁਣ ਕੇ ਦ੍ਰੋਪਦੀ ਕਹਿਣ ਲੱਗੀ ਮਹਾਰਾਜ ਵੀ ਸ਼ੰਕਾ ਤਾਂ ਮੇਰੇ ਮਨ ਦੇ ਵਿੱਚ ਹੀ ਆਈ ਸੀ ਵੀ ਇਹਨਾਂ ਨੇ ਭੋਜਨ ਛਕਣ ਸਮੇਂ ਮਹਾਰਾਜ 36 ਪ੍ਰਕਾਰ ਦਾ ਸਾਰਾ ਇਕੱਠਾ ਹੀ ਕਰ ਲਿਆ। ਮੇਰੇ ਮਨ ਦੇ ਵਿੱਚ ਸ਼ੰਕਾ ਆਈ ਵੀ ਮਹਾਨ ਤਾਂ ਹੈ ਪਰ ਇਹਨਾਂ ਨੂੰ ਭੋਜਨ ਛਕਣਾ ਨਹੀਂ ਆਉਂਦਾ, ਵੀ ਸਾਰਾ ਕੁਝ ਇੱਕ ਥਾਂ ਤੇ ਇਕੱਠਾ ਹੀ ਕਰ ਲਿਆ ਔਰ ਦੋਨੋਂ ਹੱਥਾਂ ਦੇ ਨਾਲ ਛਕ ਰਹੇ। ਕਹਿਣ ਲੱਗੇ ਇਸ ਕਰਕੇ ਨਹੀਂ ਸੰਪੂਰਨ ਹੋਇਆ, ਵੀ ਹੁਣ ਫੇਰ ਇਹਨਾਂ ਨੂੰ ਬੇਨਤੀ ਕਰ ਵੀ ਕੱਲ ਨੂੰ ਮਹਾਰਾਜ ਫੇਰ ਛਕਿਓ। ਦ੍ਰੋਪਦੀ ਨੇ ਬੇਨਤੀ ਕੀਤੀ ਕਿ ਮਹਾਰਾਜ ਵੀ ਕਿਰਪਾ ਕਰੋ ਵੀ ਉਹ ਜੋ ਜੱਗ ਸੀ ਨਾ ਵੀ ਉਹ ਸ਼ੰਕਾ ਹੋ ਗਈ ਮੇਰੇ ਮਨ 'ਚ ਆਪ ਜੀ ਵੱਲ ਵੇਖ ਕੇ। ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਸੀਂ ਇਹ ਸਾਰਾ ਇਕੱਠਾ ਕਿਉਂ ਕੀਤਾ, ਵੀ ਜਿਹਦੇ ਨਾਲ ਮੈਨੂੰ ਸ਼ੰਕਾ ਹੋ ਗਈ। ਉਹ ਕਹਿਣ ਲੱਗੇ ਵੀ ਮੈਂ ਜਦੋਂ ਭੋਗ ਲਵਾਉਣਾ ਸੀ ਨਾ ਭਗਵਾਨ ਨੂੰ, ਮੇਰੇ ਮਨ ਵਿੱਚ ਆਇਆ ਵੀ ਕਿਹੜੀ ਚੀਜ਼ ਦਾ ਮੈਂ ਭੋਗ ਲਵਾਵਾਂ। ਇਸ ਕਰਕੇ ਵੀ ਮੈਂ ਕਿਹਾ ਵੀ ਸਾਰਿਆਂ ਦਾ ਇਕੱਠਾ ਹੀ ਭੋਗ ਲਵਾ ਦਿੰਦੇ ਆ, ਇਸ ਕਰਕੇ ਮੈਂ ਸਾਰੀਆਂ ਚੀਜ਼ਾਂ 36 ਇੱਕ ਥਾਂ ਤੇ ਇਕੱਠੀਆਂ ਕਰ ਲਈਆਂ। ਔਰ ਦੂਸਰਾ ਜੋ ਫਕੀਰਾਂ ਦੇ ਭੋਜਨ ਛਕਣ ਦੀ ਮਰਜ਼ਾਦਾ ਹੁੰਦੀ ਹੈ ਵੀ 2.5 ਗਰਾਹੀਆਂ, ਮੈਂ ਉਹ ਛਕਣਾ ਸੀ 2.5 ਗਰਾਹੀਆਂ, ਇਸ ਕਰਕੇ ਵੀ ਮੈਨੂੰ ਹਿਸਾਬ ਕਿਤਾਬ ਨਹੀਂ ਸੀ ਆਉਂਦਾ ਤੁਹਾਡੇ ਭੋਜਨ ਛਕਣ ਦਾ, ਵੀ ਮੇਰੀਆਂ 2.5 ਗਰਾਹੀਆਂ ਕਿਵੇਂ ਪੂਰੀਆਂ ਹੋਣ। ਸੁਣ ਕੇ ਬੜੇ ਹੈਰਾਨ ਹੋਏ ਵੀ ਇਹ ਤਾਂ ਬੜੀ ਉੱਚੀ ਅਵਸਥਾ ਦੇ ਮਾਲਕ, ਸਾਡੇ ਤੋਂ ਵੀ ਗਾਂ ਵੀ ਸਾਰੀ ਚੀਜ਼ ਦਾ ਭਗਵਾਨ ਨੂੰ ਭੋਗ ਲਵੇ। ਵੀ ਕਿਰਪਾ ਕਰੋ ਮਹਾਰਾਜ ਕੱਲ ਨੂੰ ਫੇਰ ਤੁਸੀਂ ਭੋਜਨ ਛਕੋ। ਅਗਲੇ ਦਿਨ ਫੇਰ ਦ੍ਰੋਪਦੀ ਨੇ ਭੋਜਨ ਪ੍ਰਸ਼ਾਦਾ ਤਿਆਰ ਕੀਤਾ, ਕਿਸੇ ਨੇ ਕੋਈ ਸ਼ੰਕਾ ਨਾ ਕੀਤੀ। ਵਾਲਮੀਕ ਜੀ ਨੇ ਉਹ ਭੋਜਨ ਛਕਿਆ, ਉਹ ਜੱਗ ਸੰਪੂਰਨ ਹੋਇਆ। ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹੈ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਵੀ ਇੱਕ ਤਾਂ ਪਰਿਵਾਰ ਨੇ ਸੰਗਤ ਦੇ ਵਾਸਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਭੋਜਨ ਪ੍ਰਸ਼ਾਦੇ ਦਾ ਜਪ ਕੀਤਾ, ਔਰ ਦੂਸਰਾ ਜੋ ਮਹਾਰਾਜ ਦੀ ਪਵਿੱਤਰ ਬਾਣੀ ਦਾ ਜੋ ਸ਼ੁੱਧ ਰੂਪ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਵੀ ਜਿਹੜਾ ਮਹਾਰਾਜ ਦੀ ਬਾਣੀ ਨੂੰ ਪੜ੍ਹਦਾ ਉਹਨੂੰ ਕੀ ਫਲ ਮਿਲਣਾ। ਮਹਾਰਾਜ ਕਹਿੰਦੇ ਕਈ ਕੋਟਕ ਜਗ ਫਲਾ, ਵੀ ਇੱਕ ਨਹੀਂ ਕਰੋੜਾਂ ਹੀ ਜਗ ਕੀਤੇ ਜਿੰਨਾ ਫਲ ਬਾਣੀ ਪੜ੍ਹਨ ਸੁਣਨ ਦੇ ਨਾਲ ਪ੍ਰਾਪਤ ਹੁੰਦਾ। ਸੋ ਸਤਿਗੁਰੂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਅਖੰਡ ਜਾਪ ਹੋ ਰਿਹਾ ਹੈ। ਸੋ ਆਪਾਂ ਹੁਣ ਨਾਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਪ੍ਰਸੰਗ ਪੜ੍ਹ ਕੇ ਆਪਣੇ ਸਮੇਂ ਨੂੰ ਸਫਲ ਕਰਾਂਗੇ। ਸੋ ਜਿਵੇਂ ਵੀ ਨੌਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਸੰਗ ਆ ਰਿਹਾ ਹੈ, ਇਹ ਪਾਵਨ ਇਤਿਹਾਸ ਉੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ ਕਿ ਜਦੋਂ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਵਿਖੇ ਸੱਚਖੰਡ ਗਮਨ ਕਰ ਗਏ।
ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਤੋਂ ਬਾਅਦ ਗੁਰਤਾ ਗੱਦੀ ਦੇ ਤਖਤ ਉੱਪਰ ਕੌਣ ਸੁਭਾਇਮਾਨ ਹੋਵੇਗਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦ੍ਰਿਸ਼ਟਕੂਟ ਦੇ ਵਿੱਚ ਬਚਨ ਕਹੇ ਸਨ, ਬਾਬਾ ਬਸੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਕਿ ਜੋ ਸਾਡੇ ਬਾਬੇ ਦਾਦੇ ਦੇ ਥਾਂ ਲੱਗਦੇ ਆ, ਉਹ ਬਕਾਲੇ ਵਿੱਚ ਰਹਿੰਦੇ ਆ, ਵਸਦੇ ਆ, ਉਹ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਹੋ ਕੇ ਜੋ ਗੁਰੂ ਨਾਨਕ ਦੀ ਸਿੱਖ ਸੰਗਤ ਆ ਉਹਨਾਂ ਨੂੰ ਆਪ ਹੀ ਸੰਭਾਲ ਲੈਣਗੇ। ਇਸ ਤਰ੍ਹਾਂ ਬਚਨ ਕਹੇ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਦੇ ਬਾਬੇ ਬਕਾਲੇ ਵਿਖੇ ਭੋਰੇ ਦੇ ਵਿੱਚ ਮਹਾਰਾਜ 26 ਸਾਲ ਕੁਝ ਮਹੀਨੇ ਰਹੇ। ਬਾਬੇ ਬਕਾਲੇ ਵਿੱਚ ਸਨ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਇਹ ਬਚਨਾਂ ਦਾ ਹੋਰਾਂ ਸੋਢੀਆਂ ਨੂੰ ਪਤਾ ਲੱਗਿਆ ਕਿ 8ਵੇਂ ਪਾਤਸ਼ਾਹ ਜੀ ਦੇ ਇਹ ਬਚਨ ਹੈ ਵੀ ਬਾਬਾ ਬਸੈ ਬੀਚ ਬਕਾਲੇ, ਪਨਗੁਰ ਸੰਗਤ ਆਪ ਸੰਭਾਲੇ, ਆਪਣੀ ਸੰਗਤ ਆਪ ਸੰਭਾਲੇ। ਝਟਪਟ ਉਹ ਇਕੱਠੇ ਹੋ ਕੇ ਬਕਾਲੇ ਦੇ ਵਿੱਚ ਆ ਕੇ 22 ਗੁਰੂ ਬਣ ਕੇ ਬਹਿ ਗਏ, 22 ਗੱਦੀਆਂ ਲਾ ਕੇ ਬਹਿ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਸੰਗਤ ਜਦੋਂ ਗਈ ਬਕਾਲੇ ਵਿਖੇ, ਕੀ ਵੇਖਿਆ ਵੀ 22 ਗੁਰੂ ਬਣੇ ਔਰ ਉਹਨਾਂ ਦੇ ਮਸੰਦ ਆਪੋ ਆਪਣੇ ਗੁਰੂ ਵੱਲ ਨੂੰ ਖਿੱਚ ਰਹੇ ਆ ਵੀ ਇਹ ਗੁਰੂ ਮਹਾਨ ਹੈ, ਉਹ ਨਹੀਂ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪ੍ਰਗਟ ਨਹੀਂ ਹੋਏ ਸਨ। ਪ੍ਰਸੰਗ ਆਉਂਦਾ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 7ਵੇਂ ਪਾਤਸ਼ਾਹ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਕੀਤਾ ਸੀ, ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਜੋ ਮੇਰਾ ਸੁਪੁੱਤਰ ਹੈ ਉਹਨਾਂ ਦੇ ਤੁਸੀਂ ਕੀ ਬਖਸ਼ਿਸ਼ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 12 ਬਚਨ ਕਹੇ ਸਨ ਕਿ ਕੋਈ ਸਮਾਂ ਆਵੇਗਾ ਤੁਹਾਡੇ ਸੁਪੁੱਤਰ ਵੀ ਗੁਰੂ ਨਾਨਕ ਦੀ ਗੁਰਤਾ ਗੱਦੀ ਉੱਪਰ ਸੁਭਾਇਮਾਨ ਹੋਣਗੇ ਔਰ ਜੋ ਤੁਹਾਡੇ ਇਹਨਾਂ ਦੇ ਅੱਗੇ ਸੁਪੁੱਤਰ ਹੋਣਗੇ, ਭਾਵ ਤੇਰੇ ਜੋ ਪੋਤਰੇ ਗੁਰੂ ਗੋਬਿੰਦ ਸਿੰਘ ਜੀ ਹੋਣਗੇ, ਉਹ ਬੜੇ ਮਹਾਨ ਬੜੀ ਗੁਰੂ ਸਮਰੱਥ ਹੋਣਗੇ। ਤੂੰ ਕੋਈ ਫਿਕਰ ਨਾ ਕਰ। ਉਹ ਬਚਨਾਂ ਦੇ ਅਨੁਸਾਰ ਮਾਤਾ ਨਾਨਕੀ ਜੀ ਨੇ ਵੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਵੀ ਸੰਗਤ ਬਾਹਰ ਜੋ ਦੰਭੀ ਪਖੰਡੀ ਹੈ ਉਹ ਮਹਾਰਾਜ ਭੋਲੀ ਭਾਲੀ ਸੰਗਤ ਨੂੰ ਲੁੱਟ ਰਹੇ ਹੈ, ਤੁਸੀਂ ਕਿਰਪਾ ਕਰੋ ਮਹਾਰਾਜ, ਤੁਹਾਡੇ ਪਿਤਾ ਸਤਿਗੁਰਾਂ ਦਾ ਬਚਨ ਹੈ, ਉਸ ਅਨੁਸਾਰ ਮਹਾਰਾਜ ਤੁਸੀਂ ਪ੍ਰਗਟ ਹੋਵੋ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਿਆਗ ਵਿਰਾਗ ਦੀ ਸ਼ਕਲ ਸੂਰਤ ਮਹਾਰਾਜ ਕਹਿਣ ਲੱਗੇ ਵੀ ਨਹੀਂ, ਸਾਡੀ ਕੋਈ ਇੱਛਾ ਨਹੀਂ, ਸਾਡਾ ਕੋਈ ਫੁਰਨਾ ਨਹੀਂ। ਜਦੋਂ ਮਹਾਰਾਜ ਨੇ ਜਵਾਬ ਦੇ ਦਿੱਤਾ ਤਾਂ ਮਾਤਾ ਨਾਨਕੀ ਜੀ ਆਪਣੇ ਪਤੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਕਿ ਮਹਾਰਾਜ ਤੁਹਾਡੇ ਪਾਵਨ ਬਚਨ ਸਨ, ਇਹ ਹੁਣ ਮੰਨਦੇ ਨਹੀਂ। ਆਪ ਜੀ ਮਹਾਰਾਜ ਹੁਣ ਕਿਰਪਾ ਕਰੋ, ਕੋਈ ਵਿਧੀ ਬਣਾਓ, ਕੋਈ ਬਹਾਨਾ ਬਣਾਓ ਵੀ ਜਿਸ ਦੇ ਨਾਲ ਮਹਾਰਾਜ ਇਹ ਪ੍ਰਗਟ ਹੋਣ ਔਰ ਦੰਭੀਆਂ ਪਖੰਡੀਆਂ ਤੋਂ ਸੰਗਤ ਦਾ ਖਹਿੜਾ ਛੁੱਟੇ। ਉਹ ਜਿਵੇਂ ਬਹਾਨਾ ਬਣਿਆ ਮੱਖਣ ਸ਼ਾਹ ਦੇ ਰਾਹੀਂ, ਉਹ ਪ੍ਰਸੰਗ ਬੜੇ ਵਿਸਥਾਰ ਦੇ ਨਾਲ ਖੋਲ ਕੇ ਆ ਜਾ ਰਿਹਾ ਹੈ। ਆਪਾਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹ ਪ੍ਰਸੰਗ ਸਰਵਣ ਕਰੀਏ ਜੀ।
ਦੋਹਰਾ। ਸ੍ਰੀ ਗੁਰ ਹਰਗੋਬਿੰਦ ਜੀ। ਕਵੀ ਸੰਤ ਰੇਨ ਪ੍ਰੇਮ ਸਿੰਘ ਜੀ ਪ੍ਰਸੰਗ ਪ੍ਰਾਰੰਭ ਕਰ ਰਹੇ ਆ ਕਿ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਿਨਤੀ ਪਤਨੀ ਪਾਏ। ਜੋ ਉਹਨਾਂ ਦੇ ਮਹਿਲ ਉਹਨਾਂ ਦੇ ਪਤਨੀ ਮਾਤਾ ਨਾਨਕੀ ਜੀ ਮਹਾਰਾਜ ਨੂੰ ਅਰਦਾਸਾਂ ਬੇਨਤੀਆਂ ਕਰ ਰਹੇ ਹੈ ਕਿ ਮਹਾਰਾਜ ਤੁਸੀਂ ਹੁਣ ਕੋਈ ਕਲਾ ਵਰਤਾਓ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਹੋਣ। ਆਪਣੀ ਪਤਨੀ ਮਾਤਾ ਨਾਨਕੀ ਜੀ ਦੀ ਬੇਨਤੀ ਨੂੰ ਸੁਣ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁਨ ਸੰਗਤ ਕੋ ਦੁਖੀ ਲਖ। ਅਤੇ ਦੂਸਰੇ ਪਾਸੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋ ਸੰਗਤ ਹੈ ਉਸ ਸੰਗਤ ਨੂੰ ਦੁਖੀ ਦੇਖ ਕੇ ਵੀ ਜੋ ਦੰਭੀ ਪਖੰਡੀ ਹੈ ਇਹ ਪੈਸਿਆਂ ਦੀ ਖਾਤਰ ਇਸ ਸੰਗਤ ਨੂੰ ਲੁੱਟ ਰਹੇ ਆ ਭੋਲੀ ਭਾਲੀ ਸੰਗਤ ਨੂੰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਪਤਨੀ ਦੀ ਬੇਨਤੀ ਨੂੰ ਸੁਣ ਕੇ ਅਤੇ ਸੰਗਤ ਨੂੰ ਰਸਤੇ ਤੋਂ ਭਟਕੀ ਹੋਈ ਦੇਖ ਕੇ ਚਾਹੇ ਗੁਰੂ ਪ੍ਰਗਟਾਏ। ਵੀ ਉਹ ਐਸੀ ਕਿਰਪਾ ਕੀਤੀ, ਐਸਾ ਬਹਾਨਾ ਬਣਾਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਨਾਲ ਪ੍ਰਗਟ ਪ੍ਰਤੱਖ ਹੋ ਗਏ ਉਹ ਪ੍ਰਸੰਗ ਆ ਰਿਹਾ ਹੈ। ਚੌਪਈ ਇੱਕ ਰਠੌੜ ਸਿੱਖ ਮਾਖਣ ਸ਼ਾਹੀ। ਪ੍ਰਸੰਗ ਕਵੀ ਜੀ ਪ੍ਰਾਰੰਭ ਕਰ ਰਹੇ ਆ ਵੀ ਇੱਕ ਵਣਜਾਰਿਆਂ ਦੇ ਵਿੱਚੋਂ ਰਠੌਰ ਗੋਤ ਦਾ ਜਿਸ ਦਾ ਨਾਮ ਭਾਈ ਮੱਖਣ ਸ਼ਾਹ ਕਰਕੇ ਹੈ ਸੀ, ਇੱਕ ਗੁਰੂ ਕਾ ਸਿੱਖ ਸੀ। ਜਿਹਲਮ ਨਦ ਟਿਗ ਠਾਂਡੇ ਮਾਹੀ। ਉਹ ਮੱਖਣ ਸ਼ਾਹ ਜਿਹਲਮ ਦਰਿਆ ਦੇ ਕੋਲੇ ਟਾਂਡੇ ਦਾ ਨਿਵਾਸੀ ਸੀ ਜਿਸ ਨੂੰ ਅਟਕ ਦਰਿਆ ਵੀ ਕਿਹਾ ਜਾਂਦਾ ਹੈ। ਉਹ ਜਿਹਲਮ ਦਰਿਆ ਦੇ ਕੋਲੇ ਇੱਕ ਟਾਂਡਾ ਸ਼ਹਿਰ ਹੈ, ਟਾਂਡਾ ਨਗਰ ਹੈ, ਉੱਥੋਂ ਦੇ ਰਹਿਣ ਵਾਲਾ ਉਹ ਮਹਾਨ ਗੁਰੂ ਕਾ ਸਿੱਖ ਭਾਈ ਮੱਖਣ ਸ਼ਾਹ ਸੀ। 10 ਸਹੰਸਰ ਬ੍ਰਿਖਬ ਜਿਸ ਚਾਲੈ। ਉਹ ਜਿਸ ਮੱਖਣ ਸ਼ਾਹ ਦੇ ਉਹ ਬਿਜ਼ਨਸਮੈਨ ਸੀ, ਵਪਾਰੀ ਸੀ। ਉਸ ਦੇ ਕੋਲ ਕਵੀ ਜੀ ਕਹਿੰਦੇ ਆ ਵੀ 10,000 ਜੋ ਬਲਦਾਂ ਦੀਆਂ ਗੂਣਾਂ ਸਨ, 10,000 ਬੈਲ ਸੀ ਜਿਨ੍ਹਾਂ ਦੇ ਉੱਪਰ ਗੂਣਾਂ ਨੂੰ ਵਿੱਚ ਉਹ ਸਮਾਨ ਭਰ ਕੇ ਉਹ ਵਪਾਰ ਕਰਨ ਵਾਸਤੇ ਉਸਨੇ ਰੱਖੇ ਹੋਏ ਸਨ। 5 ਪੋਤ ਜਹ ਹੁਤੇ ਵਿਸਾਲੈ। ਬਾਹਰਲੇ ਦੇਸ਼ਾਂ ਦੇ ਵਿੱਚ, ਬਾਹਰਲੇ ਟਾਪੂਆਂ ਦੇ ਵਿੱਚ ਵਪਾਰ ਕਰਨ ਵਾਸਤੇ, ਵਸਤੂਆਂ ਨੂੰ ਲਿਆਉਣ ਵਾਸਤੇ, ਲਿਜਾਣ ਵਾਸਤੇ ਉਸ ਦੇ ਕੋਲ 5 ਸਮੁੰਦਰੀ ਜਹਾਜ਼ ਵੀ ਸਨ। ਬਨਜੈ ਬਨਜ ਟਾਪੂਨ ਕੇਰਾ। ਉਹ ਜੋ ਬਲਦਾਂ ਦੇ ਨਾਲ ਆਪਣੇ ਜਹਾਜ਼ਾਂ ਦੇ ਵਿੱਚ ਸਮਾਨ ਨੂੰ ਭਰ ਕੇ ਹੋਰ ਟਾਪੂਆਂ ਦੇ ਵਿੱਚ ਜਾ ਕੇ ਵਪਾਰ ਕਰਦਾ ਸੀ। ਕਿਤਕ ਸੂਰਨ ਰਾਖੈ ਬੇਰਾ। ਹੁਣ ਮਾਇਆਧਾਰੀ ਸੀ, ਅਮੀਰ ਸੀ, ਸਮਾਨ ਦਾ ਵਪਾਰ ਕਰਨ ਵਾਲਾ ਸੀ। ਇਸ ਵਾਸਤੇ ਉਸਨੇ ਆਪਣੇ ਸਮਾਨ ਦੀ ਰਾਖੀ ਕਰਨ ਵਾਸਤੇ ਔਰ ਆਪ ਦੇ ਧਨ ਪਦਾਰਥ ਦੀ ਰਾਖੀ ਕਰਨ ਵਾਸਤੇ ਆਪਣੇ ਨਾਲ ਉਸਨੇ ਕੁਝ ਸੂਰਬੀਰ ਸਵਾਰ ਰੱਖੇ ਹੋਏ ਸਨ, ਸ਼ਸਤਰਧਾਰੀ ਯੋਧੇ ਰੱਖੇ ਹੋਏ ਸਨ। ਗੁਰ ਸਿੱਖੀ ਮਹਿ ਸ਼ਰਦਾ ਜਾਹੀ। ਔਰ ਮਾਇਆਧਾਰੀ ਹੋਣ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਦੇ ਵਿੱਚ ਉਹ ਪੂਰਾ ਭਿੱਜਿਆ ਹੋਇਆ ਸੀ, ਸ਼ਰਧਾਵਾਨ ਸਿੱਖ ਹੈ ਸੀ। ਏਕ ਬੇਰ ਗਿਓ ਸਾਗਰ ਮਾਹੀ। ਕਵੀ ਜੀ ਕਹਿੰਦੇ ਆ ਵੀ ਇੱਕ ਵਾਰ ਦੀ ਗੱਲ ਹੈ ਵੀ ਉਹ ਆਪਣੇ ਜਹਾਜ਼ ਦੇ ਵਿੱਚ ਸਮਾਨ ਭਰ ਕੇ, ਵਸਤੂਆਂ ਨੂੰ ਭਰ ਕੇ ਵਪਾਰ ਕਰਨ ਵਾਸਤੇ ਉਸਨੇ ਸਮੁੰਦਰ ਦੇ ਵਿੱਚ ਜਹਾਜ਼ ਨੂੰ ਚਲਾ ਦਿੱਤਾ। ਲੰਕਾ ਦੇਸ ਵਿਖੇ ਚਲ ਗਇਓ। ਉਹ ਜਹਾਜ਼ ਵਿੱਚ ਸਮਾਨ ਭਰ ਕੇ ਜੋ ਲੰਕਾ ਦਾ ਇਲਾਕਾ ਸੀ ਉਹ ਲੰਕਾ ਦੇ ਇਲਾਕੇ ਵੱਲ ਉਹ ਚਲਾ ਗਿਆ। ਹਿਤ ਕੀ ਵਸਤ ਵੇਚ ਤੋ ਭਇਓ। ਇੱਧਰਲੀਆਂ ਜੋ ਕੀਮਤੀ ਵਸਤੂਆਂ ਸਨ ਉਹ ਸਮੁੰਦਰ ਦੇ ਵਿੱਚ ਜਹਾਜ਼ ਦੇ ਵਿੱਚ ਭਰ ਕੇ ਲੰਕਾ ਦੇ ਇਲਾਕੇ ਵੱਲ ਜਾ ਕੇ ਜਿੱਧਰ ਨਹੀਂ ਸਨ ਉਹ ਜਾ ਕੇ ਉਸਨੇ ਵੇਚਣੀਆਂ ਸਨ, ਵਪਾਰ ਕਰਨਾ ਸੀ। ਪੁੱਤ ਕੀ ਬਨਜ ਪੋਤ ਭਰਨੀਨ। ਜੋ ਆਪਣੇ ਦੇਸ਼ ਦੇ ਵਿੱਚ ਵਸਤੂਆਂ ਘੱਟ ਹੁੰਦੀਆਂ ਉਹ ਕੀਮਤੀ ਵਸਤੂਆਂ ਨੂੰ ਜਿਹੜੀਆਂ ਸ਼੍ਰੀਲੰਕਾ ਦੇ ਵਿੱਚ ਹੁੰਦੀਆਂ
ਉਹ ਉਸ ਵਸਤੂਆਂ ਨੂੰ ਉਸਨੇ ਉਧਰੋਂ ਲੈ ਕੇ ਆਉਣਾ ਸੀ, ਔਰ ਜਿਹੜੀਆਂ ਉਧਰ ਵਸਤੂਆਂ ਦੀ ਘਾਟ ਸੀ ਉਹਨਾਂ ਨੂੰ ਇੱਧਰੋਂ ਭਰ ਕੇ ਲੈ ਕੇ ਜਾ ਕੇ ਉਸਨੇ ਬਿਜ਼ਨਸ ਕਰਨਾ ਸੀ, ਵਪਾਰ ਕਰਨਾ ਸੀ। ਦੇਸ ਬੰਗਾਲ ਥੇ ਪਿਆਨਾ ਕੀ। ਉਹ ਲੰਕਾ ਦੇ ਵਿੱਚੋਂ ਉਸਨੇ ਸਮਾਨ ਨੂੰ ਭਰ ਕੇ ਜਹਾਜ਼ ਨੂੰ ਲੋਡ ਕਰਕੇ ਜੋ ਬੰਗਾਲ ਦਾ ਇਲਾਕਾ ਸੀ, ਬੰਗਾਲ ਦੇ ਵਿੱਚ ਜਾ ਕੇ ਉਹ ਵਸਤੂਆਂ ਨੂੰ ਵੇਚਣਾ ਸੀ। ਵੇਗ ਪ੍ਰਪੰਜਨ ਕੋ ਜਬ ਪਾਈ। ਕਵੀ ਜੀ ਕਹਿੰਦੇ ਆ ਵੀ ਜਹਾਜ਼ ਨੂੰ ਭਰ ਕੇ ਬੰਗਾਲ ਦੀ ਤਰਫ ਜਦੋਂ ਉਸਨੇ ਚਲਾਉਣਾ ਚਾਹਿਆ, ਹਵਾ ਦਾ ਬੜਾ ਭਾਰੀ ਜੋ ਬੁੱਲਾ ਸੀ ਨਾ ਉਹ ਚੱਲ ਕੇ ਆਇਆ, ਜਿਸ ਦੇ ਨਾਲ ਉਹਦਾ ਜਹਾਜ਼ ਬੜਾ ਉਹ ਸਮੁੰਦਰ ਦੇ ਵਿੱਚ ਚੱਲਣ ਲੱਗ ਪਿਆ। ਚਲਿਓ ਜਹਾਜ਼ ਉੱਡਿਓ ਤਬ ਜਾਈ। ਕਵੀ ਜੀ ਕਹਿੰਦੇ ਆ ਵੀ ਹਵਾ ਦਾ ਬੜਾ ਭਾਰੀ ਤੇਜ਼ ਵੇਗ ਹੋਣ ਦੇ ਨਾਲ ਉਹ ਜਹਾਜ਼ ਮਾਨੋ ਵੀ ਪਾਣੀ ਦੇ ਵਿੱਚ ਉੱਡਿਆ ਹੀ ਜਾ ਰਿਹਾ, ਵੀ ਇੰਨਾ ਤੇਜ਼ ਉਹ ਚੱਲ ਰਿਹਾ ਆਪਣੀ ਮੰਜ਼ਿਲ ਵੱਲ। ਗਮਨਿਓ ਮਾਰਗ ਕੇਤਕ ਸੋਈ। ਕਵੀ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਚੱਲਦਿਆਂ ਹੋਇਆਂ ਜੋ ਉਹ ਜਹਾਜ਼ ਹੈ ਨਾ ਪਾਣੀ ਦੇ ਹਵਾ ਦੇ ਵੇਗ ਦੇ ਨਾਲ ਪਾਣੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬੜੀ ਰਫ਼ਤਾਰ ਦੇ ਨਾਲ ਆਪਣੀ ਮੰਜ਼ਿਲ ਵੱਲ ਨੂੰ ਚੱਲ ਰਿਹਾ ਹੈ। ਜਦੋਂ ਕੁਝ ਕੁ ਦੂਰ ਉਹ ਗਿਆ, ਪ੍ਰਭ ਮਰਜੀ ਐਸੀ ਤਹਿ ਹੋਈ। ਉਹ ਪਰਮੇਸ਼ਰ ਦੀ ਉਹ ਨੇਤ ਐਸੀ ਹੋਈ, ਐਸੀ ਮਰਜ਼ੀ ਹੋਈ ਜੋ ਜਹਾਜ਼ ਚੱਲ ਰਿਹਾ ਸੀ। ਚਲੀ ਪੌਣ ਤਹਿ ਅਦਕ ਕੁਵੇਰੀ। ਉਹ ਜਹਾਜ਼ ਤੇਜ਼ੀ ਦੇ ਨਾਲ ਚੱਲ ਰਿਹਾ ਸੀ, ਚੱਲਦੇ ਚਲਾਉਂਦੇ ਨੂੰ ਵੀ ਬੜੀ ਭਾਰੀ ਕੁਫੇਰ ਹਵਾ ਚੱਲ ਪਈ। ਵੀ ਜੇ ਤਾਂ ਹਵਾ ਪਿਛਲੀ ਤਰਫ ਦੀ ਚੱਲਦੀ ਹੋਵੇ ਫਿਰ ਤਾਂ ਉਹ ਹਵਾ ਸਿੱਧੀ ਹੁੰਦੀ ਹੈ ਆਪਣੀ ਮੰਜ਼ਿਲ ਵੱਲ ਜਾਣ ਵਾਸਤੇ। ਉਹ ਅਗਲੇ ਪਾਸਿਓਂ ਜਿੱਧਰ ਨੂੰ ਜਾਣਾ ਸੀ ਉੱਧਰੋਂ ਬੜੀ ਤੇਜ਼ੀ ਦੇ ਨਾਲ ਹਵਾ ਚੱਲਣ ਲੱਗ ਪਈ, ਜਿਸ ਕਰਕੇ ਉਸ ਹਵਾ ਨੂੰ ਕੁਫੇਰੀ ਕਿਹਾ ਜਾਂਦਾ। ਉਹ ਬੜੀ ਭਾਰੀ ਜੋ ਕੁਫੇਰੀ ਹਵਾ ਚੱਲ ਪਈ। ਵਿਪਰੈ ਗਤ ਜਹਾਜ਼ ਕੀ ਫੇਰੀ। ਉਹ ਜਹਾਜ਼ ਬੜੇ ਤੇਜ਼ੀ ਦੇ ਨਾਲ ਜਾ ਰਿਹਾ ਸੀ, ਕੁਫੇਰੀ ਹਵਾ ਵੱਜਣ ਦੇ ਨਾਲ ਜੋ ਜਹਾਜ਼ ਦੀ ਜੋ ਚੱਲਣ ਦੀ ਜੋ ਸਥਿਤੀ ਸੀ ਨਾ ਉਹ ਡਾਵਾਂਡੋਲ ਹੋ ਗਈ, ਵਿਗੜ ਗਈ। ਟਾਪੂ ਨਿਕਟ ਹੁਤੋ ਬੜ ਬਾਰੂ। ਇੱਕ ਉੱਥੇ ਨੇੜੇ ਇੱਕ ਛੋਟਾ ਜਿਹਾ ਕੋਈ ਟਾਪੂ ਸੀ ਜਿਸ ਦੇ ਵਿੱਚ ਬੜਾ ਭਾਰੀ ਰੇਤਾ ਸੀ। ਉਹ ਜਹਾਜ਼ ਜਦੋਂ ਡਾਵਾਂਡੋਲ ਹੋ ਗਿਆ ਉਸ ਟਾਪੂ ਦੇ ਵੱਲ, ਨਹਿ ਮਾਨਖ ਜਹ ਹੁਤੋ ਉਜਾਰੂ। ਕਵੀ ਜੀ ਕਹਿੰਦੇ ਆ ਵੀ ਉਹ ਟਾਪੂ ਦੇ ਵਿੱਚ ਕੋਈ ਵਸੋਂ ਨਹੀਂ ਸੀ, ਕੋਈ ਰਹਿੰਦਾ ਨਹੀਂ ਸੀ, ਸਗੋਂ ਕੱਲਾ ਰੇਤਾ ਹੀ ਸੀ, ਉਜਾੜ ਹੀ ਸੀ, ਖਾਲੀ ਹੀ ਪਿਆ ਸੀ ਉਸ ਟਾਪੂ ਦੇ ਵੱਲ। ਦਿਵਸ ਜਹਾਜ਼ ਪ੍ਰੇਰਕਨ ਭਇਓ। ਉਹ ਜਹਾਜ਼ ਦੇ ਜੋ ਚਲਾਉਣ ਵਾਲੇ ਸਨ, ਡਰਾਈਵਰ ਸਨ, ਉਹਨਾਂ ਦੇ ਨਾ ਚਾਹੁੰਦਿਆਂ ਹੋਇਆਂ ਬੜੀ ਕੋਸ਼ਿਸ਼ ਕਰਦਿਆਂ ਹੋਇਆਂ ਉਹ ਜਹਾਜ਼ ਉਹਨਾਂ ਦੇ ਵਸੋਂ ਬਾਹਰ ਹੋ ਕੇ ਜਿੱਧਰ ਉਹ ਟਾਪੂ ਸੀ ਉਧਰ ਵੱਲ ਨੂੰ ਚਲਾ ਗਿਆ। ਬਲ ਕਰ ਰਹੇ ਸਥੰਭ ਨ ਰਹਿਓ। ਉਹ ਚਲਾਉਣ ਵਾਲਿਆਂ ਡਰਾਈਵਰਾਂ ਨੇ ਬੜਾ ਆਪਣਾ ਬਲ ਲਗਾਇਆ, ਪਰ ਬਲ ਲਾਉਣ ਦੇ ਬਾਵਜੂਦ ਵੀ ਜੋ ਜਹਾਜ਼ ਆਣਾ ਉਹ ਸਥਿਤ ਨਾ ਹੋਇਆ, ਖੜਾ ਨਾ ਹੋਇਆ, ਸਗੋਂ ਜਿੱਧਰ ਉਹ ਟਾਪੂ ਸੀ ਨਾ ਬੜਾ ਭਾਰੀ ਰੇਤਾ ਸੀ ਉਜਾੜ ਵਾਲਾ, ਉਧਰ ਨੂੰ ਉਹ ਚਲਾ ਗਿਆ ਰੋਕਦਿਆਂ ਹੋਇਆਂ। ਅਦਕ ਵੇਗ ਵਾਯੂ ਕੋ ਪਾਏ। ਉਹ ਜਦੋਂ ਜਹਾਜ਼ ਉਸ ਰੇਤੇ ਦੇ ਉੱਪਰ ਚੜ ਗਿਆ, ਪਿੱਛੋਂ ਜੋ ਹਵਾ ਦਾ ਬੜਾ ਭਾਰੀ ਹੋਰ ਬੁੱਲਾ ਆਇਆ, ਜਿਸ ਦੇ ਨਾਲ ਉਹ ਜ਼ਿਆਦਾ ਹਵਾ ਲੱਗਣ ਦੇ ਨਾਲ ਸਿਕਤਾ ਥਲ ਪਰ ਗਾ ਅਟਕਾਏ। ਵੀ ਜਿੱਥੇ ਜੋ ਬਹੁਤੀ ਰੇਤ ਸੀ ਨਾ ਉਹ ਪਿੱਛੋਂ ਹਵਾ ਦਾ ਬੁੱਲਾ ਹੋਰ ਆਉਣ ਦੇ ਨਾਲ ਉਹ ਜਹਾਜ਼ ਉਹ ਰੇਤੇ ਦੇ ਉੱਪਰ ਚੜ ਗਿਆ। ਹੁਣ ਸਾਗਰ ਕੇ ਲਗੇ ਤਰੰਗ। ਫਿਰ ਉਹ ਹਵਾ ਉਹ ਪਿਛਲੇ ਪਾਸੇ ਦੀ ਚੱਲਣ ਕਾਰਨ ਜੋ ਪਾਣੀ ਦੀਆਂ ਸਮੁੰਦਰ ਦੀਆਂ ਛੱਲਾਂ ਸਨ, ਇੱਕ ਤਾਂ ਹਵਾ ਦੇ ਨਾਲ ਉਹ ਜਹਾਜ਼ ਉਧਰ ਨੂੰ ਚੜ ਗਿਆ, ਫਿਰ ਉਹ ਪਾਣੀ ਦੀਆਂ ਪਿੱਛੋਂ ਛੱਲਾਂ ਦੇ ਨਾਲ ਪੁਛਕ ਗਇਓ ਚੜ ਜਹ ਥਲ ਤੁੰਗ। ਇੱਕ ਤਾਂ ਹਵਾ ਦੇ ਨਾਲ, ਦੂਸਰਾ ਪਾਣੀ ਦੀਆਂ ਛੱਲਾਂ ਦੇ ਨਾਲ ਉਹ ਜਹਾਜ਼ ਬਹੁਤੀ ਰੇਤ ਦੇ ਉੱਪਰ ਚੜ ਗਿਆ। ਮੱਖਣ ਆਸਚਰਜ ਮਨ ਮਾਨਾ। ਉਹ ਮੱਖਣ ਸ਼ਾਹ ਸਾਰੇ ਅਮਲੇ ਦੇ ਸਹਿਤ ਉਹ ਜਹਾਜ਼ ਦੇ ਵਿੱਚ ਸੀ, ਉਹ ਦੇਖ ਕੇ ਬੜਾ ਹੈਰਾਨ ਹੋਇਆ ਵੀ ਅੱਜ ਤੋਂ ਪਹਿਲਾਂ ਕਿਤੇ ਐਸਾ ਨਹੀਂ ਹੋਇਆ
ਵੀ ਕੁਫੇਰ ਹਵਾ ਦੇ ਨਾਲ ਚੱਲਣ ਦੇ ਨਾਲ ਇਹ ਜਹਾਜ਼ ਇਸ ਤਰ੍ਹਾਂ ਕਿਤੇ ਫਸ ਗਿਆ ਹੋਵੇ, ਖੁੱਭ ਗਿਆ ਹੋਵੇ। ਇਹ ਪਹਿਲੀ ਵਾਰ ਹੋਇਆ, ਬੜਾ ਹੈਰਾਨ ਹੋ ਰਿਹਾ ਹੈ। ਚਿੰਤ ਪਰਾਇਣ ਭਇਓ ਮਹਾਨਾ। ਹੁਣ ਜਹਾਜ਼ ਦਾ ਮਾਲਕ ਸੀ, ਫਿਕਰ ਉਸਨੂੰ ਸੀ, ਇਸ ਕਰਕੇ ਬੜੀ ਚਿੰਤਾ ਦੇ ਸਹਿਤ ਹੋਇਆ ਵੀ ਹੁਣ ਇਹ ਕਿਵੇਂ ਇੱਥੋਂ ਨਿਕਲੇਗਾ, ਕਿਵੇਂ ਚੱਲੇਗਾ। ਨਰਨ ਉਪਾਏ ਕੀਨ ਬਹੁ ਤੇਰੇ। ਉਹ ਜਹਾਜ਼ ਦੇ ਵਿੱਚ ਜੋ ਮਨੁੱਖ ਸਨ, ਡਰਾਈਵਰ ਸਨ, ਹੋਰ ਉਸਦੇ ਸੂਰਬੀਰ ਸਨ, ਉਹਨਾਂ ਨੇ ਬੜਾ ਭਾਰੀ ਯਤਨ ਕੀਤਾ, ਜ਼ੋਰ ਲਾਇਆ ਵੀ ਇਸ ਰੇਤੇ ਦੇ ਵਿੱਚੋਂ ਨਿਕਲ ਕੇ ਜਹਾਜ਼ ਅੱਗੇ ਚੱਲ ਪਵੇ। ਬੁੱਧ ਕਰਕੇ ਓਜ ਕਨੇਰੇ। ਉਹ ਬਹੁਤੇ ਲੋਕਾਂ ਨੇ ਆਪਣੀ ਜੋ ਬੁੱਧੀ ਦਾ ਤਾਕਤ ਲਗਾ ਕੇ, ਇਸੇ ਤਰ੍ਹਾਂ ਆਪਣੇ ਸਰੀਰ ਦਾ ਬਲ ਲਾ ਕੇ, ਵੀ ਬੁੱਧੀ ਦਾ ਤਾਕਤ ਵੀ ਸਕੀਮ ਲਾ ਕੇ ਵੀ ਐਂ ਕਰ ਲਈਏ, ਐਂ ਚੱਲ ਪਊ, ਔਰ ਸਰੀਰ ਦਾ ਬਲ ਲਾ ਕੇ ਵੀ ਉਸ ਨੂੰ ਧੱਕਾ ਲਾ ਕੇ ਹੋਰ ਜੋ ਰੇਤਾ ਕੱਢ ਕੇ ਬੜੀ ਕੋਸ਼ਿਸ਼ ਕੀਤੀ ਆਪਣੇ ਬੁੱਧੀ ਦੇ ਅਤੇ ਆਪਣੇ ਸਰੀਰ ਦੇ ਬਲ ਲਾ ਕੇ। ਸਿਕਤਾ ਟਾਰਹਿ ਕਾਸ਼ਟ ਤਲ ਤਲ ਤੇ। ਬੜਾ ਆਪਣਾ ਬਲ ਲਾ ਰਹੇ ਆ, ਜ਼ੋਰ ਲਾ ਰਹੇ ਆ ਵੀ ਕਿਸੇ ਤਰ੍ਹਾਂ ਇਹ ਜੋ ਰੇਤੇ ਦੇ ਉੱਪਰੋਂ ਜਹਾਜ਼ ਸਮੁੰਦਰ ਦੇ ਵਿੱਚ ਪਹਿਲੇ ਤਰ੍ਹਾਂ ਚੱਲ ਪਵੇ। ਤਉ ਨ ਹਾਲਤ ਭਾਤਿ ਸਥਲ ਤੇ। ਕਵੀ ਜੀ ਕਹਿੰਦੇ ਆ ਵੀ ਬਹੁਤਾ ਜ਼ੋਰ ਲਾਉਣ ਦੇ ਬਾਵਜੂਦ ਵੀ ਜੋ ਜਹਾਜ਼ ਆ ਉਹ ਪਾਣੀ ਦੇ ਵਿੱਚ ਨਾ ਚੱਲਿਆ। ਬੀਤ ਗਇਓ ਇੱਕ ਮਾਹੋ ਸੋ ਤਾਹਾਂ। ਕਵੀ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਉਹਨਾਂ ਨੂੰ ਯਤਨ ਕਰਦਿਆਂ ਹੋਇਆਂ, ਜ਼ੋਰ ਲਾਉਂਦਿਆਂ ਹੋਇਆਂ 1 ਮਹੀਨੇ ਦਾ ਜੋ ਸਮਾਂ ਸੀ ਨਾ, ਉਹ ਉਸ ਟਾਪੂ ਦੇ ਉੱਪਰ ਹੀ ਬੀਤ ਗਿਆ। ਖਾਨ ਪਾਨ ਕੋ ਟੋਟੋ ਲਹਾ। ਜੋ ਜਹਾਜ਼ ਦੇ ਵਿੱਚ ਖਾਣ ਪੀਣ ਦਾ ਸਮਾਨ ਸੀ, ਰਾਸ਼ਨ ਪਾਣੀ ਸੀ, ਜੋ ਜਹਾਜ਼ ਦੇ ਵਿੱਚ ਅਮਲਾ ਸੀ, ਸੂਰਬੀਰ ਸਨ, ਹੋਰ ਜੋ ਮਨੁੱਖ ਸਨ, ਉਹਨਾਂ ਦੇ ਨੌਕਰ ਚਾਕਰ ਸਨ, ਜਦੋਂ ਉਹ ਜੋ ਖਾਣ ਪੀਣ ਦੀਆਂ ਵਸਤੂਆਂ ਸਨ, ਜਦੋਂ ਉਹਨਾਂ ਦਾ ਵੀ ਘਾਟਾ ਹੋਣ ਲੱਗਿਆ, ਟੋਟਾ ਹੋਣ ਲੱਗਿਆ। ਬਹੁਤ ਚਿੰਤਾ ਸਭ ਕੀ ਉਪਜਾਈ। ਉਹ ਸਾਰਿਆਂ ਨੇ ਜੋ ਜਹਾਜ਼ ਦੇ ਵਿੱਚ ਉੱਥੇ ਫਸੇ ਹੋਏ ਸਨ, ਆਪਣੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਕੀਤੀ ਵੀ ਹੁਣ ਇਹ ਕਿਵੇਂ ਹੋਵੇਗਾ, ਵੀ ਖਾਣ ਪੀਣ ਦੀਆਂ ਵਸਤੂਆਂ ਵੀ ਮੁੱਕ ਰਹੀਆਂ, ਜਹਾਜ਼ ਵੀ ਇੱਥੋਂ ਨਹੀਂ ਚੱਲ ਰਿਹਾ, 1 ਮਹੀਨੇ ਦਾ ਸਮਾਂ ਆਪਾਂ ਨੂੰ ਹੋ ਗਿਆ। ਬਿਨਾ ਮੌਤ ਮ੍ਰਿਤ ਭੇ ਅਬ ਆਈ। ਸਾਰਿਆਂ ਨੇ ਆਪਣੇ ਮਨ ਦੇ ਵਿੱਚ ਸਮਝ ਲਿਆ ਵੀ ਹੁਣ ਬਿਨਾਂ ਆਈ ਤੋਂ ਇਸ ਸਥਾਨ ਤੇ ਮਰਾਂਗੇ, ਭੁੱਖੇ ਧਿਆਏ, ਵੀ ਮੌਤ ਆਈ ਤੋਂ ਬਿਨਾਂ ਐਵੇਂ ਕਮਾਉਂਦੇ ਭੁੱਖੇ ਧਿਆਏ ਇਸ ਥਾਂ ਤੇ ਆਪਾਂ ਮਰਾਂਗੇ। ਵੀ ਜਹਾਜ਼ ਨਹੀਂ ਚੱਲ ਰਿਹਾ, ਜੋ ਖਾਣ ਪੀਣ ਦੀਆਂ ਵਸਤੂਆਂ ਉਹਨਾਂ ਦਾ ਟੋਟਾ ਹੋ ਰਿਹਾ, ਖਤਮ ਹੋ ਰਹੀਆਂ ਹਨ। ਭਇਓ ਨਿਰਾਸ ਜਤਨ ਕੇ ਕਰਬੇ। ਸਾਰਿਆਂ ਨੂੰ ਫਿਕਰ ਤਾਂ ਹੋਣਾ ਸੀ ਵੀ ਬੜਾ ਯਤਨ ਕਰ ਰਹੇ ਆ, ਬੜਾ ਬਲ ਲਾ ਰਹੇ ਆ, ਵੀ ਯਤਨ ਕਰਨ ਦੇ ਬਾਵਜੂਦ ਵੀ ਇਹ ਜਹਾਜ਼ ਨਹੀਂ ਚੱਲ ਰਿਹਾ। ਬੜੇ ਸਾਰੇ ਨਿਰਾਸ਼ ਹਨ, ਉਦਾਸ ਹਨ। ਉਪਜੀ ਏਕ ਆਸ ਤਜ ਸਰਬੇ। ਪਰ ਭਾਈ ਮੱਖਣ ਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਮਹਾਨ ਸਿੱਖ ਸੀ, ਸ਼ਰਧਾਵਾਨ ਸੀ। ਬਹੁਤਾ ਬਲ ਲਾ ਕੇ ਜਦੋਂ ਵੇਖ ਲਿਆ ਵੀ ਜਹਾਜ਼ ਨਹੀਂ ਚੱਲਿਆ, ਸੋਚ ਵਿਚਾਰ ਕੇ ਉਹਦੇ ਮਨ ਦੇ ਵਿੱਚ ਇੱਕ ਆਸ ਜੋ ਗੁਰੂ ਘਰ ਦੇ ਪ੍ਰਤੀ ਸੀ, ਉਹ ਉਸਨੇ ਜ਼ਾਹਰ ਕੀਤੀ। ਅਬ ਸਤਿਗੁਰ ਕੀ ਬਨ ਹੈ ਸਹਾਈ। ਫਿਰ ਹੁਣ ਐਸੇ ਬਿਪਤਾ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੀ ਸਹਾਇਤਾ ਕਰਨਗੇ, ਮੇਰੀ ਬਾਹ ਨੂੰ ਪਕੜਨਗੇ। ਨਾਹੀ ਅਪਰ ਕੀ ਗਤ ਇਹ ਥਾਈ। ਵੀ ਇਸ ਥਾਂ ਤੇ ਜਿੱਥੇ ਆ ਕੇ ਅਸੀਂ ਫਸੇ ਹਾਂ, ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਸਾਡੀ ਹੋਰ ਕੋਈ ਇੱਥੇ ਮਦਦ ਕਰਨ ਵਾਲਾ ਨਹੀਂ ਹੈ। ਆਪਦਾ ਯਤਨ ਕਰਕੇ ਅਸੀਂ ਹੰਬ ਹਾਰ ਗਏ ਹਾਂ। ਜਿਸ ਜਮ ਲੋਕ ਮਹਾ ਭੈਦਾਇਕ। ਔਰ ਮਹਾਨ ਭਾਈ ਮੱਖਣ ਸ਼ਾਹ ਦੀ ਸ਼ਰਧਾ ਵੇਖੋ, ਆਪਣੇ ਮਨ ਦੇ ਵਿੱਚ ਇਹ ਕਰ ਰਿਹਾ। ਆਮ ਤਾਂ ਹੁੰਦਾ ਨਾ ਵੀ ਜਦੋਂ ਕੋਈ ਬਿਪਤਾ ਦਾ ਸਮਾਂ ਆ ਜਾਵੇ, ਉਹ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਰੱਬ ਹੀ ਸਾਡੇ ਮਗਰ ਪਿਆ, ਜੇ ਚੰਗਾ ਕੀਤਾ ਉਹ ਮੈਂ ਕੀਤਾ। ਪਰ ਭਾਈ ਮੱਖਣ ਸ਼ਾਹ ਸ਼ਰਧਾਵਾਨ ਸੀ, ਆਪਣੇ ਮਨ ਵਿੱਚ ਵਿਚਾਰ ਕਰ ਰਿਹਾ ਵੀ ਜਿਹੜੇ ਸਤਿਗੁਰੂ ਪਰਲੋਕ ਦੇ ਵਿੱਚ ਜਮਾਂ ਤੋਂ ਬਾਂਹ ਪਕੜ ਸਕਦੇ, ਉਹਨਾਂ ਨੂੰ ਇਹ ਜਹਾਜ਼ ਚਲਾਉਣਾ ਕੋਈ ਵੱਡੀ ਗੱਲ ਨਹੀਂ ਹੈ। ਤਹ ਏਕਲ ਕੇ ਹੁਹੈ ਸਹਾਇਕ। ਕੋਈ ਪਰਲੋਕ ਦੇ ਵਿੱਚ ਜਦੋਂ ਕੋਈ ਮਨੁੱਖ ਜਾਂਦਾ ਹੈ, ਉਹਨਾਂ ਦਾ ਸਿੱਖ ਪਰਲੋਕ ਦੇ ਵਿੱਚ ਇਕੱਲੇ ਸਿੱਖ ਦੀ ਬਾਂਹ ਫੜਦੇ ਹੈ।
ਤੇ ਉਹਨਾਂ ਨੂੰ ਇਹ ਜਹਾਜ਼ ਚਲਾਉਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਪ੍ਰਕਾਰ ਸਿੱਖ ਨਿਸ਼ਚਾਰ ਤਰਕੈ। ਇਸ ਤਰ੍ਹਾਂ ਦਾ ਨਿਸ਼ਚਾ ਸੋਚ ਵਿਚਾਰ ਆਪਣੇ ਮਨ ਦੇ ਵਿੱਚ ਵਿਚਾਰ ਕਰ ਰਿਹਾ ਭਾਈ ਮੱਖਣ ਸ਼ਾਹ। ਇਸ ਤਰ੍ਹਾਂ ਦਾ ਨਿਸ਼ਚਾ ਕਰਕੇ ਵੀ ਸਤਿਗੁਰੂ ਮਹਾਰਾਜ ਜੀ ਹੁਣ ਮੇਰੀ ਸਹਾਇਤਾ ਕਰ ਸਕਦੇ ਹੈ, ਮੇਰੀ ਮਦਦ ਕਰ ਸਕਦੇ ਹਨ। ਕਰ ਪਗ ਨੀਰ ਪਖਾਰਨ ਕਰਕੈ। ਇਸ ਤਰ੍ਹਾਂ ਸੋਚ ਵਿਚਾਰ ਕਰਕੇ ਕਵੀ ਜੀ ਕਹਿੰਦੇ ਆ ਵੀ ਸੁੱਚਾ ਜਲ ਲੈ ਕੇ ਉਸਨੇ ਆਪਣਾ ਮੂੰਹ ਧੋਣਾ ਕੀਤਾ, ਹੱਥ ਪੈਰ ਧੋਣਾ ਕੀਤਾ, 5 ਇਸ਼ਨਾਨਾ ਕਰ ਲਿਆ। ਜੋਤੀ ਰੂਪ ਗੁਰੂ ਕੋ ਧਿਆਨ। ਜੋ ਸਤਿਗੁਰੂ ਹਨ, ਜੋਤੀ ਸਰੂਪ, ਅਕਾਲ ਪੁਰਖ ਸਰੂਪ, ਉਹਨਾਂ ਦਾ ਧਿਆਨ ਲਾ ਕੇ ਅਰਦਾਸ ਕਰਨ ਲੱਗਾ। ਜੋ ਮੱਖਣ ਸ਼ਾਹ ਸ਼ਰਧਾਵਾਨ ਮਹਾਨ ਗੁਰੂ ਕਾ ਸਿੱਖ। ਅਚਲ ਠਾਂਡ ਭਾ ਅੰਜਲ ਠਾਨ। ਆਪਣੇ ਮਨ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ 8ਵੇਂ ਪਾਤਸ਼ਾਹ ਤੱਕ ਮਹਾਰਾਜ ਨੂੰ ਉਹ ਆਪਣੇ ਮਨ ਦੇ ਵਿੱਚ ਹਾਜ਼ਰ ਨਾਜ਼ਰ ਸਮਝ ਕੇ ਇੱਕ ਰਸ ਮਨ ਦੀ ਬਿਰਤੀ ਨੂੰ ਰੱਖ ਕੇ ਅਰਦਾਸ ਕਰਨ ਲੱਗਾ ਭਾਈ ਮੱਖਣ ਸ਼ਾਹ। हे ਪ੍ਰਭ ਤੁਮ ਨਿਰਾਸ ਕੀ ਆਸ। ਅਰਦਾਸ ਦੇ ਵਿੱਚ ਕੀ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਤਾਂ ਨਿਆਸਰਿਆਂ ਦੇ ਆਸਰੇ ਹੋ, ਜਿਨ੍ਹਾਂ ਦੀ ਕੋਈ ਬਾਂਹ ਨਹੀਂ ਪਕੜਦਾ, ਕੋਈ ਆਸ ਨਹੀਂ ਹੁੰਦੀ, ਕੋਈ ਉਮੀਦ ਨਹੀਂ ਹੁੰਦੀ। ਮਹਾਰਾਜ ਉਹਨਾਂ ਦੀ ਵੀ ਤੁਸੀਂ ਬਾਂਹ ਪਕੜਨ ਵਾਲੇ ਹੋ, ਸਹਾਇਤਾ ਮਦਦ ਕਰਨ ਵਾਲੇ ਹੋ, ਨਿਆਸਰਿਆਂ ਦੇ ਆਸਰੇ ਹੋ। ਅੰਤਰ ਜਾਮੀ ਸਰਬ ਪ੍ਰਕਾਸ਼। ਔਰ ਮਹਾਰਾਜ ਤੁਸੀਂ ਦਿਲਾਂ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਹੋ। ਜਿਮ ਤੇਰ ਲੋਕੇ ਪੂਰਨ ਕੀਨ। ਔਰ ਆਪਣੇ ਮਨ ਦੇ ਵਿੱਚ ਅਰਦਾਸ ਕਰਦੇ ਸਮੇਂ ਬੇਨਤੀ ਰੂਪ ਦੇ ਵਿੱਚ ਕਹਿ ਰਿਹਾ ਕਿ ਮਹਾਰਾਜ ਜਿਵੇਂ ਆਪ ਜੀ ਨੇ 5ਵੇਂ ਸਰੂਪ ਦੇ ਵਿੱਚ ਜਿਵੇਂ ਗਜਨੀ ਦੇ ਰਹਿਣ ਵਾਲੇ ਇੱਕ ਤਰਲੋਕੇ ਨਾਮ ਦੇ ਸਿੱਖ ਦੀ ਬਾਂਹ ਨੂੰ ਪਕੜਿਆ ਸੀ, ਮਹਾਰਾਜ ਉਸ ਦੀ ਸਹਾਇਤਾ ਮਦਦ ਕੀਤੀ ਸੀ। ਕਾਠ ਭਗਉਤੀ ਸਾਰ ਸੋਕੀਨ। ਉਹ ਕੀ ਭਾਈ ਤਰਲੋਕਾ ਜੋ ਸੀ ਉਹ ਸੂਰਬੀਰ ਸੀ। ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਆਇਆ ਸੀ ਸਿੱਖ ਬਣਨ ਵਾਸਤੇ। 5ਵੇਂ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ ਵੀ ਜੀਵ ਹੱਤਿਆ ਨਹੀਂ ਕਰਨੀ, ਤੂੰ ਸੂਰਬੀਰ ਹੈ। ਉਸਨੇ ਕਿਹਾ ਬਈ ਇਹ ਜੇ ਮੈਂ ਆਪਦੇ ਕੋਲੇ ਸ਼ਸਤਰ ਰੱਖਿਆ ਨਾ, ਇਹਦੇ ਨਾਲ ਕੋਈ ਨਾ ਕੋਈ ਜੀਵ ਹੱਤਿਆ ਹੋ ਹੀ ਸਕਦੀ ਹੈ। ਕਿਉਂ ਨਾ ਵੀ ਇਹ ਮੈਂ ਸ੍ਰੀ ਸਾਹਿਬ ਨੂੰ ਆਪਦੇ ਕੋਲ ਰੱਖਾਂ ਹੀ ਨਾ, ਤਲਵਾਰ ਨੂੰ ਸ਼ਸਤਰ ਨੂੰ ਰੱਖਾਂ ਹੀ ਨਾ। ਫਿਰ ਸੋਚਿਆ ਵੀ ਮੈਂ ਇਹ ਰਾਜੇ ਦਾ ਸੂਰਬੀਰ ਹਾਂ, ਇਹਦਾ ਸਿਪਾਹੀ ਹਾਂ, ਵੀ ਜੇ ਮੈਂ ਆਪਦੇ ਸ਼ਸਤਰ ਕੋਲ ਆਪਦੇ ਸ਼ਸਤਰ ਹੀ ਨਾ ਰੱਖਿਆ ਫਿਰ ਮੈਨੂੰ ਇਹਨੇ ਦੂਜੀ ਨੌਕਰੀ ਤੇ ਨਹੀਂ ਰੱਖਣਾ। ਵੀ ਜੋ ਤੂੰ ਸ਼ਸਤਰ ਹੀ ਨਹੀਂ ਰੱਖਣਾ ਫਿਰ ਤੇਰਾ ਇੱਥੇ ਵੀ ਕੰਮ। ਇਸ ਕਰਕੇ ਉਹ ਸੋਚ ਵਿਚਾਰ ਕੇ ਉਸਨੇ ਜੋ ਲੋਹੇ ਦੀ ਤਲਵਾਰ ਸੀ ਉਹ ਤਾਂ ਕੱਢਤੀ, ਉਹਦੀ ਥਾਂ ਤੇ ਲੱਕੜ ਦੀ ਤਲਵਾਰ ਦਿਖਾਉਣ ਵਾਸਤੇ ਉਹ ਰੱਖ ਲਈ। ਕਿਸੇ ਚੁਗਲ ਨੇ ਚੁਗਲੀ ਕੀਤੀ ਕਿ ਮਹਾਰਾਜ ਜਿਹੜਾ ਤੁਹਾਡਾ ਸਿਪਾਹੀ ਹੈ, ਬਾਡੀਗਾਰਡ ਹੈ ਤਰਲੋਕਾ, ਇਹਦੇ ਕੋਲੇ ਤਾਂ ਅਸਲੀ ਤਲਵਾਰ ਹੀ ਨਹੀਂ ਹੈ, ਇਹ ਤੁਹਾਡੀ ਮਦਦ ਕੀ ਕਰੂਗਾ। ਕਿਤੇ ਕੋਈ ਸਮਾਂ ਕੋਈ ਦੁਸ਼ਮਣ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ, ਤਲਵਾਰ ਹੀ ਨਹੀਂ ਇਹਦੇ ਕੋਲ, ਕਾਠ ਦੀ ਰੱਖੀ ਹੋਈ, ਲੱਕੜ ਦੀ ਰੱਖੀ ਹੋਈ। ਉਹ ਸਭਾ ਦੇ ਵਿੱਚ ਬੁਲਾ ਕੇ ਉਹ ਰਾਜੇ ਨੇ ਕਿਹਾ ਵੀ ਭਾਈ ਤਰਲੋਕੇ ਆਪਦੀ ਕਿਰਪਾਨ ਕੱਢ ਕੇ ਦਿਖਾ। ਭਾਈ ਤਰਲੋਕੇ ਨੂੰ ਬੜਾ ਫਿਕਰ ਹੋਇਆ ਵੀ ਇਹ ਤਾਂ ਲੱਕੜ ਦੀ ਹੈ, ਵੀ ਬੜਾ ਮੇਰਾ ਨਰਾਦਰ ਹੋਊਗਾ, ਧੱਕੇ ਮਾਰ ਕੇ ਕੱਢ ਦੇਣਗੇ। ਔਰ ਫਿਰ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਮਹਾਰਾਜ ਤੁਹਾਡੇ ਬਚਨਾਂ ਦੇ ਉੱਪਰ ਫੁੱਲ ਚੜਾਉਣ ਵਾਸਤੇ ਮਹਾਰਾਜ ਮੈਂ ਕਾਠ ਦੀ ਤਲਵਾਰ ਪਾਈ ਹੈ। ਹੁਣ ਮਹਾਰਾਜ ਸਭਾ ਦੇ ਵਿੱਚ ਤੁਸੀਂ ਵੀ ਮੇਰੀ ਲਾਜ ਰੱਖੋ, ਤੁਸੀਂ ਵੀ ਭਾਈ ਤੁਸੀਂ ਮੇਰੀ ਪੱਤ ਰੱਖੋ। ਉਹ ਕਵੀ ਜੀ ਕਹਿੰਦੇ ਆ ਵੀ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਤਰਲੋਕੇ ਦੀ ਉਹ ਸਭਾ ਦੇ ਵਿੱਚ ਬਾਂਹ ਪਕੜੀ ਸੀ, ਜਦੋਂ ਉਹ ਤਲਵਾਰ ਭਾਈ ਤਰਲੋਕੇ ਨੇ ਕੱਢੀ ਉਹ ਬੜੀ ਉਹ ਲੋਹੇ ਦੀ ਬਣ ਗਈ। ਉਸ ਸਮੇਂ ਬੜਾ ਭਾਰੀ, ਜਿਵੇਂ ਮਾਂਜੀ ਹੁੰਦੀ ਹੈ ਨਾ, ਲਿਸ਼ਕੋਰਾਂ ਪੈਂਦੀਆਂ, ਇਸ ਤਰ੍ਹਾਂ ਉਹਦੇ ਵਿੱਚੋਂ ਪੈਣ ਲੱਗੀਆਂ। ਜੋ ਚੁਗਲੀ ਕਰਨ ਵਾਲਾ ਸੀ ਉਸ ਨੂੰ ਸਭਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਧੱਕੇ ਮਾਰ ਕੇ। ਭਾਈ ਮੱਖਣ ਸ਼ਾਹ ਬੇਨਤੀ ਕਰ ਰਿਹਾ ਕਿ ਮਹਾਰਾਜ ਜਿਵੇਂ ਆਪ ਜੀ ਨੇ 5ਵੇਂ ਸਰੂਪ ਦੇ ਵਿੱਚ ਭਾਈ ਤਰਲੋਕੇ ਦੀ ਇੱਜ਼ਤ ਨੂੰ ਰੱਖਿਆ ਸੀ, ਬਾਂਹ ਨੂੰ ਪਕੜਿਆ ਸੀ, ਉਹ ਮੇਰੇ ਤੇ ਵੀ ਮਹਾਰਾਜ ਕਿਰਪਾ ਕਰੋ। ਤਿਮ ਮਹਿ ਬਾਰੂ ਜਲ ਹੈ ਬਹਾਈ। ਮਹਾਰਾਜ ਉਹੋ ਜਿਹਾ ਸਮਾਂ ਹੁਣ ਮੇਰੇ ਤੇ ਆ ਬਣਿਆ, ਮੇਰਾ ਜਹਾਜ਼ ਮਹਾਰਾਜ ਇਹ ਰੇਤੇ ਦੇ ਵਿੱਚ ਫਸਿਆ, ਇਸ ਨੂੰ ਕਿਰਪਾ ਕਰੋ ਇਹ ਜਲ ਦੇ ਵਿੱਚ ਚੱਲ ਪਵੇ।
ਸਤਿਗੁਰ ਅਬ ਹੋ ਸਹਾਈ। ਇਹ ਸਤਿਗੁਰੂ ਜੀ ਹੁਣ ਤੁਸੀਂ ਹੀ ਮੇਰੀ ਇਸ ਸਥਾਨ ਤੇ ਸਹਾਇਤਾ ਮਦਦ ਕਰ ਸਕਦੇ ਹੋ। ਮੈਂ ਸਦੀਵ ਕੋ ਉਦਾਸ ਤੁਮਾਰੋ। ਔਰ ਅਰਦਾਸ ਦੇ ਵਿੱਚ ਬੇਨਤੀਆਂ ਕਰ ਰਿਹਾ ਕਿ ਮਹਾਰਾਜ ਮੈਂ ਬਹੁਤੇ ਚਿਰ ਦਾ ਆਪ ਜੀ ਦੇ ਘਰ ਦਾ ਮਹਾਰਾਜ ਸਿੱਖ ਹਾਂ, ਸ਼ਰਧਾਲੂ ਹਾਂ, ਆਪ ਜੀ ਦੇ ਚਰਨਾਂ ਨੂੰ ਮੰਨਣ ਪੂਜਣ ਵਾਲਾ ਹਾਂ। ਤੈਹੋਂ ਪੰਜ ਸ਼ਤ ਮੋਰ ਉਦਾਰੋ। ਔਰ ਭਾਈ ਮੱਖਣ ਸਾਹ ਨੇ 500 ਮੋਹਰ ਦੀ ਸੁਖਣਾ ਵੀ ਸੁਖ ਲਈ ਕਿ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਮੇਰੇ ਜਹਾਜ਼ ਨੂੰ ਚਲਾ ਦਿਓ, ਮੈਂ ਆਪ ਜੀ ਦੇ ਦਰਸ਼ਨ ਕਰਕੇ 500 ਮੋਹਰ ਜੋ ਆਪ ਜੀ ਗੁਰੂ ਘਰ ਦੇ ਵਿੱਚ ਚੜਾਵਾਂਗਾ, ਇਹ ਮਹਾਰਾਜ ਮੈਂ ਸੁਖਣਾ ਸੁਖਦਾ ਹਾਂ। ਮੱਖਣ ਸ਼ਾਸ ਬਿਨੋ ਉਚਾਰੀ। ਕਵੀ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਦੇ ਲਫ਼ਜ਼ ਕਹਿ ਕੇ ਸ਼ਰਧਾ ਭਾਵਨਾ ਦੇ ਵਿੱਚ ਭਿੱਜੇ ਹੋਏ ਮੱਖਣ ਸ਼ਾਹ ਜੀ ਨੇ ਅਰਦਾਸ ਬੇਨਤੀ ਕਰਨਾ ਕੀਤੀ। ਸਾਗਰ ਬਾਰੂ ਥਿਤ ਤਿਸ ਕਰੀ। ਉਸ ਸਮੇਂ ਜੋ ਜਹਾਜ਼ ਉਹ ਰੇਤੇ ਦੇ ਵਿੱਚ ਸੀ ਧਸਿਆ ਹੋਇਆ। ਇਤ ਗੁਰ ਤੇਗ ਬਹਾਦਰ ਧੀਰ। ਇਧਰ ਧੀਰਜ ਧਾਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ 9ਵੇਂ ਪਾਤਸ਼ਾਹ ਜੀ ਬਾਬੇ ਬਕਾਲੇ ਵਿੱਚ ਸਨ। ਅੰਤਰ ਜਾਮੀ ਸਰਬ ਸਰੀਰ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਦਿਲਾਂ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਉਹ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ। ਸਿੱਖ ਕੋ ਦੁਖ ਨਹਿ ਸਕੇ ਸਹਾਰ। ਕਵੀ ਜੀ ਕਹਿੰਦੇ ਆ ਵੀ ਆਪਦੇ ਜੋ ਪਿਆਰੇ ਸਿੱਖ ਦਾ ਜੋ ਦੁੱਖ ਸੀ ਨਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਹਾਰ ਨਾ ਸਕੇ ਬੇਨਤੀਆਂ ਨੂੰ ਸੁਣ ਕੇ ਪ੍ਰਵਾਨ ਕਰਕੇ। ਪਹੁੰਚਤ ਭੇਤਹਿ ਬਿਨਾ ਅਵਾਰ। ਜੋ ਬਿਨਾਂ ਦੇਰੀ ਤੋਂ ਬੜੀ ਛੇਤੀ ਆਪਣੇ ਸਿੱਖ ਦੀ ਮਦਦ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹ ਸਮੁੰਦਰ ਦੇ ਵਿੱਚ ਉੱਤੇ ਪਹੁੰਚ ਗਏ। ਲਾਏ ਸਿਕੰਦ ਜਹਾਜ ਚਲਾਇਓ। ਔਰ ਅਰਦਾਸ ਕਰਨ ਤੋਂ ਬਾਅਦ ਮੱਖਣ ਸ਼ਾਹ ਨੇ ਆਪਣੇ ਜੋ ਉਹਦੇ ਡਰਾਈਵਰ ਸਨ, ਹੋਰ ਸੂਰਬੀਰ ਸਨ, ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਧੱਕਾ ਲਾਓ। ਜਦੋਂ ਉਹਨਾਂ ਨੇ ਧੱਕਾ ਲਾਉਣਾ ਕੀਤਾ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਜੋ ਪਾਵਨ ਪਵਿੱਤਰ ਮੋਢਾ ਸੀ ਉਹ ਜਹਾਜ਼ ਨੂੰ ਲਾਉਣਾ ਕੀਤਾ। ਮੱਖਣ ਸ਼ਾਹ ਪਿਖ ਬਹੁ ਹਰ ਕਾਇ। ਆਪਣਾ ਪਾਵਨ ਪਵਿੱਤਰ ਮੋਢਾ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1 ਮਹੀਨੇ ਤੋਂ ਜੋ ਫਸਿਆ ਹੋਇਆ ਜਹਾਜ਼ ਸੀ ਨਾ ਉਸ ਨੂੰ ਚਲਾ ਦਿੱਤਾ। ਇਹ ਵੇਖ ਕੇ ਜੋ ਭਾਈ ਮੱਖਣ ਸ਼ਾਹ ਬਹੁਤ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ ਵੀ ਸਤਿਗੁਰਾਂ ਨੇ ਮੇਰੀ ਬਾਂਹ ਪਕੜੀ ਹੈ, ਮੇਰੀ ਸਹਾਇਤਾ ਮਦਦ ਕੀਤੀ ਹੈ। ਕ੍ਰਮ ਕ੍ਰਮ ਗੰਗਾ ਸਾਗਰ ਆਇਓ। ਇਸ ਤਰ੍ਹਾਂ ਜਦੋਂ ਜਹਾਜ਼ ਚੱਲ ਪਿਆ ਉਹ ਨੰਬਰਵਾਰ ਰਸਤਾ ਤੈਅ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਨੂੰ ਜਾ ਰਿਹਾ ਹੈ। ਵਖਰ ਵਿੱਚ ਲਾਭ ਬਹੁ ਪਾਇਓ। ਇਸ ਤਰ੍ਹਾਂ ਕਵੀ ਜੀ ਕਹਿੰਦੇ ਆ ਵੀ ਭਾਈ ਮੱਖਣ ਸ਼ਾਹ ਜੀ ਨੇ ਜਿੱਥੋਂ ਦਾ ਉਹ ਸਮਾਨ ਲੋਡ ਕੀਤਾ ਸੀ, ਭਰਿਆ ਸੀ, ਉਹ ਆਪਣੀ ਮੰਜ਼ਿਲ ਤੇ ਪਹੁੰਚ ਕੇ ਉਹ ਸਮਾਨ ਨੂੰ ਵੇਚ ਕੇ ਬਿਜ਼ਨਸ ਵਪਾਰ ਕਰਕੇ ਬੜਾ ਭਾਰੀ ਲਾਭ ਹਾਸਲ ਕੀਤਾ। ਗੁਰ ਸਿੱਖੀ ਪਰ ਅਦਕ ਲੁਭਾਇਓ। ਉਹ ਗੁਰੂ ਘਰ ਦੀ ਸਿੱਖੀ ਨੂੰ ਧਾਰਨ ਵਾਲਾ ਸੀ ਅਤੇ ਉਹਦੇ ਮਨ ਦੇ ਵਿੱਚ ਬੜੀ ਸ਼ਰਧਾ ਸੀ, ਬੜਾ ਸਿੱਖੀ ਦੇ ਉੱਪਰ ਲੁਭਾਇਮਾਨ ਹੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਮੇਰੀ ਮਦਦ ਕੀਤੀ ਹੈ। ਸਿਮਰਹਿ ਬਾਰ ਬਾਰ ਸੁਖ ਪਾਇਓ। ਆਪਣਾ ਬਿਜ਼ਨਸ ਵਪਾਰ ਕਰਦਾ ਹੋਇਆ ਭਾਈ ਮੱਖਣ ਸ਼ਾਹ ਵਾਰ-ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰ ਰਿਹਾ, ਧੰਨਵਾਦ ਕਰ ਰਿਹਾ ਹੈ। ਰਹਿ ਨਾ ਸਕਿਓ ਚਹਿ ਦਰਸ਼ਨ ਦੇਖਾ। ਆਪਣਾ ਕੰਮਕਾਰ ਨਿਬੇੜ ਕੇ ਉਹ ਬਿਜ਼ਨਸ ਵਪਾਰ ਕਰਕੇ ਵੀ ਸੋਚਿਆ ਵੀ ਹੁਣ ਮੈਂ ਜਾ ਕੇ ਮਹਾਰਾਜ ਦੇ ਦਰਸ਼ਨ ਕਰਾਂ। ਚਲਿਓ ਪੰਥ ਲੈ ਸੋਜ ਵਿਸੇਖਾ। ਇਸ ਤਰ੍ਹਾਂ ਸੋਚ ਵਿਚਾਰ ਕਰਕੇ ਜੋ ਉਥੋਂ ਵਸਤੂਆਂ ਉਸਨੇ ਖਰੀਦਣੀਆਂ ਸਨ ਉਹ ਖਰੀਦ ਕੇ ਆਪਣੇ ਜਹਾਜ਼ ਵਿੱਚ ਭਰ ਕੇ ਬੜੀ ਤੇਜ਼ੀ ਦੇ ਨਾਲ ਭਾਈ ਮੱਖਣ ਸ਼ਾਹ ਚੱਲ ਪਿਆ। ਮਦਰ ਦੇਸ਼ ਕੇ ਸਨਮੁਖ ਆਏ। ਪੰਜਾਬ ਦੇ ਇਲਾਕੇ ਵੱਲੋਂ, ਪੰਜਾਬ ਦੇਸ਼ ਦੇ ਵੱਲੋਂ ਆਪਣੇ ਜਹਾਜ਼ ਨੂੰ ਲੈ ਕੇ ਆ ਰਿਹਾ ਹੈ। ਪੂਰਬ ਦੇਸ਼ ਪੰਥ ਉਲਗਾਈ। ਜੋ ਰਸਤੇ ਵਿੱਚ ਜੋ ਟਾਪੂ ਹੋਰ ਸਨ ਉਹ ਸਾਰੇ ਟਾਪੂਆਂ ਵਿੱਚ ਦੀ ਹੁੰਦਾ ਹੋਇਆ ਭਾਈ ਮੱਖਣ ਸ਼ਾਹ ਆਪਣੇ ਜਹਾਜ਼ ਦੇ ਰਾਹੀਂ
ਗੰਗਾ ਜਮਨਾ ਆਦਿ ਜੇ ਸਲਤਾ। ਜੋ ਗੰਗਾ ਅਤੇ ਜਮਨਾ ਇਸੇ ਤਰ੍ਹਾਂ ਹੋਰ ਜੋ ਨਦੀਆਂ ਸਨ ਉਹਨਾਂ ਦੇ ਵਿੱਚ ਦੀ ਆਪਣੇ ਜਹਾਜ਼ ਨੂੰ ਲਿਆਉਂਦਾ ਹੋਇਆ ਜਿੱਥੇ ਜਿੱਥੇ ਵੀ ਉਸਨੇ ਰਸਤੇ ਦੇ ਵਿੱਚ ਕੋਈ ਬਿਜ਼ਨਸ ਵਪਾਰ ਕਰਨਾ ਸੀ ਉਹ ਆਪਣੇ ਸਮਾਨ ਨੂੰ ਖਰੀਦਦਾ ਵੇਚਦਾ ਹੋਇਆ। ਵੱਡੋ ਗੰਭੀਰ ਨੀਰ ਜਿਨ ਚਲਤਾ। ਅਤੇ ਨਦੀਆਂ ਦੇ ਵਿੱਚ ਬੜਾ ਭਾਰੀ ਜੋ ਸੁੰਦਰ ਜੋ ਜਲ ਹੈ ਨਾ ਬੜੇ ਵੇਗ ਦੇ ਨਾਲ ਚੱਲ ਰਿਹਾ ਉਹਨਾਂ ਦੇ ਵਿੱਚ ਉਸਨੇ ਆਪਣੇ ਜਹਾਜ਼ ਨੂੰ ਪਾਇਆ ਹੋਇਆ ਹੈ। ਕ੍ਰਮ ਕ੍ਰਮ ਸਗਲ ਉਲੰਘਤ ਆਵਾ। ਕਵੀ ਜੀ ਕਹਿੰਦੇ ਆ ਵੀ ਨੰਬਰਵਾਰ ਰਸਤਾ ਤੈਅ ਕਰਦਾ ਹੋਇਆ ਭਾਈ ਮੱਖਣ ਸ਼ਾਹ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਉਹ ਚੱਲ ਕੇ ਆ ਰਿਹਾ ਹੈ। ਗੁਰ ਕੋ ਦੇਸ ਤਬਹਿ ਨਿਹਰਾਵਾ। ਵੀ ਕਵੀ ਜੀ ਕਹਿੰਦੇ ਆ ਵੀ ਜਦੋਂ ਗੁਰੂ ਮਹਾਰਾਜ ਦਾ ਦੇਸ਼ ਬਿਲਕੁਲ ਨੇੜੇ ਰਹਿ ਗਿਆ ਵੀ ਪੰਜਾਬ ਦਾ ਇਲਾਕਾ ਇੱਥੇ ਮਹਾਰਾਜ ਰਹਿੰਦੇ ਸਨ ਉਹ ਜਦੋਂ ਬਿਲਕੁਲ ਨੇੜੇ ਰਹਿ ਗਿਆ। ਅਸ਼ਟਮ ਗੁਰ ਗੁਰਪੁਰ ਸੁਨ ਲਿਓ। ਉਸ ਭਾਈ ਮੱਖਣ ਸ਼ਾਹ ਨੇ ਇਹ ਸੁਣ ਲਿਆ ਕਿਸੇ ਸਿੱਖ ਤੋਂ ਵੀ ਜੋ 8ਵੇਂ ਪਾਤਸ਼ਾਹ ਮਹਾਰਾਜ ਹਨ ਉਹ ਇਸ ਸਮੇਂ ਦਿੱਲੀ ਦੇ ਵਿੱਚ ਸੱਚਖੰਡ ਗਮਨ ਕਰ ਗਏ ਹਨ। ਪੁਨ ਜਸ ਬਾਕ ਕਹਿਓ ਸੋ ਲਿਓ। ਫਿਰ ਉਸਨੇ ਇਹ ਵੀ ਸੁਣਿਆ ਵੀ ਉਹਨਾਂ 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਥਾਂ ਕਿਸੇ ਨੂੰ ਨੀਅਤ ਨਹੀਂ ਕੀਤਾ ਸਗੋਂ ਇਹ ਬਚਨ ਕਹੇ ਹਨ ਬਾਬਾ ਬਸੈ ਬੀਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ। ਇਹ ਮਹਾਰਾਜ ਨੇ ਬਚਨ ਕੀਤੇ ਆ ਔਰ ਕਿਸੇ ਨੂੰ ਥਾਪਿਆ ਨਹੀਂ ਕਿਸੇ ਨੂੰ ਮਨਾਇਆ ਨਹੀਂ। ਇਹ ਵੀ ਉਸ ਭਾਈ ਮੱਖਣ ਸ਼ਾਹ ਜੀ ਨੇ ਸੁਣਨਾ ਕੀਤਾ। ਬਹੁ ਚਿੰਤਾ ਤਬ ਮਨ ਹੈ ਉਪਾਈ। ਅਤੇ ਆਪਣੇ ਮਨ ਦੇ ਵਿੱਚ ਬੜੀ ਭਾਰੀ ਉਸਨੇ ਚਿੰਤਾ ਕੀਤੀ ਕਿ 9ਵੇਂ ਪਾਤਸ਼ਾਹ ਹੁਣ ਕਿਹੜੇ ਹੋਣਗੇ ਜਿਨ੍ਹਾਂ ਦੇ ਬਾਰੇ 8ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ। ਬਿਨ ਦਰਸੇ ਗੁਰ ਰਹਿਓ ਨਾ ਜਾਈ। ਔਰ ਆਪਣੇ ਮਨ ਦੇ ਵਿੱਚ ਇਹ ਵੀ ਖਿਆਲ ਕਰ ਰਿਹਾ ਵੀ ਮੈਂ ਹੁਣ ਉਹਨਾਂ ਦੇ ਦਰਸ਼ਨ ਕੀਤੇ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਐ ਵਾਪਸ ਮੁੜ ਵੀ ਨਹੀਂ ਸਕਦਾ। ਨਿਸ਼ਚਾ ਕੀਨ ਇਸੀ ਪਰ ਆਏ। ਪਰ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਸੋਚਣ ਤੋਂ ਬਾਅਦ ਭਾਈ ਮੱਖਣ ਸ਼ਾਹ ਨੇ ਇਹ ਨਿਸ਼ਚਾ ਕਰ ਲਿਆ ਬਈ 9ਵੇਂ ਪਾਤਸ਼ਾਹ ਜਿਵੇਂ 8ਵੇਂ ਪਾਤਸ਼ਾਹ ਨੇ ਬਚਨ ਕੀਤੇ ਆ ਨਾ ਵੀ ਹੋਣਗੇ ਉਹ ਬਾਬੇ ਬਕਾਲੇ ਜੀ ਉਹਨਾਂ ਦੇ 8ਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਉੱਪਰ ਬੜਾ ਭਾਰੀ ਉਸਨੇ ਭਰੋਸਾ ਕਰ ਲਿਆ ਵੀ ਮਹਾਰਾਜ ਨੇ ਐਵੇਂ ਨਹੀਂ ਬਚਨ ਕਹੇ ਵੀ ਉਹ ਸੱਚੇ ਬਚਨ ਕਹੇ ਹਨ। ਯਕੀਨ ਕਰਕੇ ਭਰੋਸਾ ਕਰਕੇ ਪ੍ਰਗਟ ਹੈ ਗੁਰੂ ਬਕਾਲੇ ਮਾਏ। ਜਿਵੇਂ 8ਵੇਂ ਪਾਤਸ਼ਾਹ ਨੇ ਬਚਨ ਕੀਤੇ ਆ ਵੀ ਜੋ 9ਵੇਂ ਪਾਤਸ਼ਾਹ 9ਵੇਂ ਗੁਰੂ ਹੈ ਉਹ ਬਕਾਲੇ ਦੇ ਵਿੱਚ ਪ੍ਰਗਟ ਹੋਣਗੇ ਉਹ ਮਹਾਰਾਜ ਨੇ ਬਚਨ ਐਵੇਂ ਨਹੀਂ ਉਹ ਕਹੇ ਉਹ ਪੂਰੇ ਹਨ ਉਹ ਸੱਚੇ ਹਨ। ਮਗ ਮਹਿ ਨਰ ਗ੍ਰਹਿ ਦਿਸ ਗਵਨਾਏ। ਇਸ ਤਰ੍ਹਾਂ ਕਵੀ ਜੀ ਕਹਿੰਦੇ ਆ ਵੀ ਉਹ ਸੋਚ ਵਿਚਾਰ ਕਰਕੇ ਰਸਤੇ ਵਿੱਚ ਚੱਲ ਰਿਹਾ ਬਾਬੇ ਬਕਾਲੇ ਦੇ ਅਤੇ ਰਸਤੇ ਵਿੱਚ ਆਉਂਦਿਆਂ ਹੋਇਆ ਆਪਣੇ ਕੁਝ ਜੋ ਸਨ ਮਨੁੱਖ ਆਪਣੇ ਨਾਲ ਦੇ ਉਹ ਆਪਣੇ ਘਰ ਦੇ ਵਿੱਚ ਭੇਜ ਦਿੱਤੇ ਵੀ ਮੇਰੀ ਜੋ ਪਤਨੀ ਔਰ ਮੇਰੇ ਜੋ ਬੱਚੇ ਉਹਨਾਂ ਨੂੰ ਵੀ ਤੂੰ ਲੈ ਆ ਬਾਬੇ ਬਕਾਲੇ ਵੱਲ। ਇਸਤਰੀ ਸੁਤ ਪਰਿਵਾਰ ਮੰਗਾਏ। ਮਨੁੱਖ ਭੇਜ ਕੇ ਆਪਣੀ ਇਸਤਰੀ ਨੂੰ ਆਪਣੀ ਸੰਤਾਨ ਨੂੰ ਆਪਣੇ ਸਪੁੱਤਰਾਂ ਨੂੰ ਵੀ ਬੁਲਾ ਲਿਆ ਵੀ ਇਹ ਵੀ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਲੈਣ। ਪੁੱਤ ਪਰਿਵਾਰ ਬਕਾਲੇ ਆਇਓ। ਕਵੀ ਜੀ ਕਹਿੰਦੇ ਆ ਵੀ ਆ ਭਾਈ ਮੱਖਣ ਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਹੀ ਜੋ ਮਨੁੱਖ ਭੇਜਿਆ ਸੀ ਨਾ ਉਹ ਪਰਿਵਾਰ ਨੂੰ ਲੈ ਕੇ ਬਾਬੇ ਬਕਾਲੇ ਵਿੱਚ ਪਹੁੰਚ ਗਿਆ। ਨਿਤ ਮੱਖਣ ਸ਼ਾਹ ਪਹੁੰਚਤ ਪਾਇਓ। ਇੱਧਰ ਭਾਈ ਮੱਖਣ ਸ਼ਾਹ ਵੀ ਉਸ ਜੋ ਸਮੁੰਦਰ ਦਾ ਰਸਤਾ ਸੀ ਉਹ ਜਹਾਜ਼ ਰਾਹੀਂ ਤੈਅ ਕਰਕੇ ਅਤੇ ਦੂਸਰਾ ਰਸਤਾ ਤੈਅ ਕਰਕੇ ਜੋ ਬਕਾਲੇ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਿਆ। ਡੇਰਾ ਵਹਿਰ ਕੀਨ ਇੱਕ ਥਾਹੀ। ਹੁਣ ਨਾਲ ਬਹੁਤੇ ਮਨੁੱਖ ਸਨ ਇਸ ਵਾਸਤੇ ਉਹ ਬਕਾਲੇ ਸ਼ਹਿਰ ਤੋਂ ਬਾਹਰ ਹੀ ਭਾਈ ਮੱਖਣ ਸ਼ਾਹ ਨੇ ਆਪਣਾ ਡੇਰਾ ਲਾ ਲਿਆ ਤੰਬੂ ਲਗਾਉਣਾ ਕੀਤੇ। ਸੰਗ ਸੂਰ ਜਿਸ ਪੰਜ ਸਹਿ ਆਹੀ। ਸਤਿਗੁਰੂ ਦੀ ਬੜੀ ਭਾਰੀ ਕਿਰਪਾ ਸੀ ਬੜਾ ਮਾਇਆਧਾਰੀ ਸਿੱਖ ਸੀ ਇਸ ਕਰਕੇ ਉਹਦੇ ਨਾਲ ਜੋ 500 ਸੂਰਬੀਰ ਵੀ ਹਨ। ਆਗੇ ਜੁਗ ਔ 10 ਗੁਰ ਸੁਨੇ। ਔਰ ਬਾਬੇ ਬਕਾਲੇ ਦੇ ਵਿੱਚ ਆ ਕੇ ਜਦੋਂ ਉਸਨੇ ਸੁਣਿਆ ਵੀ 9ਵੇਂ ਪਾਤਸ਼ਾਹ ਕਿਹੜੇ ਹੈ ਪਤਾ ਲੱਗਿਆ ਵੀ ਇੱਥੇ ਤਾਂ 22 ਗੁਰੂ ਬਣੇ ਬੈਠੇ ਆ 22 ਮੰਜੀਆਂ ਲਗਾ ਕੇ ਬੈਠੇ ਹਨ। ਚਿੰਤਾ
ਸ਼ੋਕ ਭਇਓ ਮਨ ਕਨੇ। ਇਹ ਸੁਣ ਕੇ ਮਨ ਦੇ ਵਿੱਚ ਬੜੀ ਚਿੰਤਾ ਹੋਈ, ਬੜਾ ਸ਼ੋਕ ਕੀਤਾ ਵੀ ਇਹਨਾਂ ਬਾਈਆਂ ਦੇ ਵਿੱਚ ਹੁਣ ਪੂਰਾ ਗੁਰੂ ਕਿਹੜਾ ਹੋਵੇਗਾ। ਕਹੈ ਕਿ ਕਿਮ ਗੁਰ ਪੂਰਾ ਪਾਵੋ। ਅਤੇ ਇਹ ਸੋਚ ਰਿਹਾ ਵੀ ਇਹਨਾਂ ਬਾਈਆਂ ਦੇ ਵਿੱਚੋਂ ਜਿਨ੍ਹਾਂ ਦੀ ਬਾਬਤ 8ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਆ ਵੀ ਉਹਨਾਂ ਨੂੰ ਮੈਂ ਕਿਵੇਂ ਲੱਭਾਂਗਾ, ਕਿਵੇਂ ਦਰਸ਼ਨ ਕਰਾਂਗਾ। ਦਰਸ਼ਨ ਕਰਕੇ ਭੇਟ ਚੜਾਵੋ। ਔਰ ਭਾਈ ਮੱਖਣ ਸ਼ਾਹ ਇਹ ਵੀ ਸੋਚ ਰਿਹਾ ਵੀ ਮੈਂ ਦਰਸ਼ਨ ਕਰਕੇ ਜੋ ਮੇਰੀ 500 ਹੋਰ ਸੁਖਣਾ ਸੁਖੀ ਹੋਈ ਉਹ ਵੀ ਮੈਂ ਉਹਨਾਂ ਨੂੰ ਚੜਾਉਣੀ ਹੈ, ਵੀ ਕਿਤੇ ਐਸਾ ਨਾ ਹੋ ਜਾਵੇ ਵੀ ਉਹਨਾਂ ਦੇ ਮੈਨੂੰ ਦਰਸ਼ਨ ਹੀ ਨਾ ਹੋਣ, ਜਿਹੜੇ ਅਸਲੀ ਹੋਣ ਕਿਸੇ ਹੋਰ ਨੂੰ ਹੀ ਦੇ ਦਿਆਂ। ਇਸ ਕਰਕੇ ਆਪਣੇ ਮਨ ਦੇ ਵਿੱਚ ਬੜਾ ਸੋਚ ਵਿਚਾਰ ਕਰ ਰਿਹਾ, ਚਿੰਤਾ ਕਰ ਰਿਹਾ ਹੈ। ਇਤ ਸੁਨ ਕੈ ਸੁਧ ਸਭ ਸੋ ਦੀਨ। ਇੱਧਰ ਜਦੋਂ ਸੋਢੀ ਜੋ ਸਨ ਨਾ ਜਿਹੜੇ ਗੱਦੀਆਂ ਲਗਾ ਕੇ ਬੈਠੇ ਹੋਏ ਸਨ, ਜਦੋਂ ਉਹਨਾਂ ਨੇ ਸੁਣਿਆ ਜੋ ਕੋਈ ਭਾਈ ਮੱਖਣ ਸ਼ਾਹ ਗੁਰੂ ਘਰ ਦਾ ਮਹਾਨ ਬੜਾ ਬਿਜ਼ਨਸਮੈਨ, ਬੜਾ ਉਹ ਜੋ ਤਗੜਾ ਮਾਇਆਧਾਰੀ ਸਿੱਖ ਆ, ਉਹ ਚੱਲ ਕੇ ਆਇਆ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਭਾਈ ਮੱਖਣ ਸ਼ਾਹ ਨੇ ਬਕਾਲੇ ਦੇ ਬਾਹਰ ਆਪਣਾ ਡੇਰਾ ਲਗਾਇਆ ਹੈ, ਨਿਜ ਨਿਜ ਮਾਨਵ ਪਠਵਨ ਕੀਨ। ਉਹ ਝਟਪਟ ਪਖੰਡੀਆਂ ਨੇ ਬਾਈ ਗੁਰੂ ਜੋ ਬਣੇ ਹੋਏ ਸਨ, ਉਹਨਾਂ ਨੇ ਆਪਣੇ ਮਨੁੱਖ ਮੱਖਣ ਸ਼ਾਹ ਦੇ ਵੱਲ ਭੇਜਣਾ ਕੀਤੇ। ਭੋਜਨ ਅਨੇਕ ਪ੍ਰਕਾਰ ਪੁਚਾਈ। ਮਨ ਵਿੱਚ ਇੱਛਾ ਸੀ ਕਿ ਸਾਡੇ ਮਗਰ ਲੱਗ ਜਾਵੇ ਵੀ ਮਾਇਆਧਾਰੀ ਸਿੱਖ ਹੈ, ਇਸ ਕਰਕੇ ਉਹਨੂੰ ਆਪਣੇ ਵੱਲ ਲਿਆਉਣ ਵਾਸਤੇ ਤਰ੍ਹਾਂ ਤਰ੍ਹਾਂ ਦਾ ਜੋ ਭੋਜਨ ਹੈ ਆਪਣੇ ਮਨੁੱਖਾਂ ਦੇ ਰਾਹੀਂ ਭਾਈ ਮੱਖਣ ਸ਼ਾਹ ਦੇ ਵੱਲ ਭੇਜਦੇ ਹਨ। ਸਨ ਮਾਨਹਿ ਸਭ ਵਿਦ ਹਰ ਖਾਏ। ਅਤੇ ਉਹ ਬਾਈ ਗੁਰੂਆਂ ਦੇ ਭੇਜੇ ਹੋਏ ਜੋ ਮਨੁੱਖ ਹਨ ਜਾ ਕੇ ਬੜੇ ਉਹ ਮੱਖਣ ਸ਼ਾਹ ਦੇ ਨਾਲ ਬੜੇ ਸਨਮਾਨ ਦੇ ਸਹਿਤ ਗੱਲਾਂ ਬਾਤਾਂ ਕਰ ਰਹੇ ਹਨ। ਨਿਜ ਨਿਜ ਦਿਸ਼ਾ ਮਸੰਦ ਮਹਾਨਾ। ਅਤੇ ਉਹ ਜੋ ਮਨੁੱਖ ਗਏ ਹਨ ਆਪਣੇ ਆਪਣੇ ਜੋ ਤਰਫ ਦਾ ਮਸੰਦ ਹੈ ਉਹਦੀ ਜਾ ਕੇ ਉਹ ਬੜੀ ਸਿਫਤ ਕਰਦੇ ਹਨ। ਉਪਦੇਸਹਿ ਕਹਿ ਕਹਿ ਪਖਿਆਨਾ। ਬਹੁਤ ਤਰ੍ਹਾਂ ਦੇ ਬੜੇ ਤਰ੍ਹਾਂ ਦੇ ਵਚਨ ਕਰਕੇ ਜੋ ਹੈ ਨਾ ਉਹ ਭਾਈ ਮੱਖਣ ਸ਼ਾਹ ਨੂੰ ਆਪਦੇ ਗੁਰੂ ਦੇ ਵੱਲ ਲਿਜਾਣ ਵਾਸਤੇ ਉਪਦੇਸ਼ਦੇ ਹਨ। ਅਜ਼ਮਤ ਮਹਿ ਪੂਰਨ ਗੁਰ ਏਹੀ। ਔਰ ਕੀ ਕਹਿ ਰਹੇ ਆ ਵੀ ਅੱਜ ਦੇ ਸਮੇਂ ਭਾਈ ਮੱਖਣ ਸ਼ਾਹ ਵੀ ਜਿਹੜੇ ਗੁਰੂ ਦਾ ਮੈਂ ਮਸੰਦ ਆ ਨਾ, ਮੈਂ ਜਿਹਦਾ ਸੇਵਾਦਾਰ ਉਹ ਬੜਾ ਸ਼ਕਤੀਆਂ ਵਾਲਾ ਹੈ। ਅਪਰ ਵਿਅਰਥ ਨਾਮ ਨਿਜ ਲੇਹੀ। ਜਿਹੜੇ ਗੁਰੂ ਦੇ ਪਾਸ ਮੈਂ ਰਹਿਣਾ ਉਹ ਬੜਾ ਭਾਰੀ ਸ਼ਕਤੀਆਂ ਵਾਲਾ, ਇਹਦੇ ਤੋਂ ਬਿਨਾ ਬਾਕੀ ਆ ਜਿਹੜੇ 21 ਬੈਠੇ ਆ ਇਹ ਤਾਂ ਐਵੇਂ ਪਖੰਡੀ ਹੈ। ਇਸ ਤਰ੍ਹਾਂ ਉਹ ਬੜੀਆਂ ਗੱਲਾਂ ਕਰ ਰਹੇ ਹਨ। ਦੁਤਿ ਆਏ ਤਿਸ ਘਾਟ ਬਤਾਵੇ। ਕਵੀ ਜੀ ਕਹਿੰਦੇ ਆ ਉਹ ਮਨੁੱਖ ਜਦੋਂ ਚਲਾ ਜਾਂਦਾ ਫਿਰ ਦੂਸਰੇ ਗੁਰੂ ਦਾ ਸੇਵਕ ਉਹਦੇ ਕੋਲੇ ਪਹੁੰਚ ਜਾਂਦਾ, ਉਹ ਕਹਿੰਦਾ ਵੀ ਜਿਹਦੇ ਕੋਲੇ ਮੈਂ ਰਹਿਣਾ ਉਹ ਬੜਾ ਮਹਾਨ ਆ, ਬਾਕੀ ਸਾਰੇ 21 ਤਾਂ ਐਵੇਂ ਪਖੰਡੀ ਹਨ। ਹਮ ਜਿਸ ਢਿਗ ਸੋ ਗੁਰ ਅਦਕਾਵੇ। ਜਿਹਦੇ ਪਾਸ ਮੈਂ ਰਹਿਣਾ ਨਾ ਉਹ ਬੜਾ ਉਹ 8ਵੇਂ ਪਾਤਸ਼ਾਹ ਮਹਾਰਾਜ ਦੇ ਥਾਂ ਅੱਜ ਦੇ ਸਮੇਂ ਵਿੱਚ ਉਹ ਗੁਰੂ ਹੈ। ਧੀਰ ਮਲ ਕੋ ਤੋ ਮਸੰਦ। ਕਵੀ ਜੀ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਗੱਦੀ ਦੇ ਉੱਪਰ ਸਭ ਤੋਂ ਵੱਧ ਆਪਦਾ ਹੱਕ ਜਮਾਉਣ ਵਾਲਾ ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵੱਡਾ ਸਪੁੱਤਰ ਧੀਰ ਮਲ ਸੀ, ਉਹਨੇ ਵੀ ਆਪਣਾ ਜੋ ਮਸੰਦ ਸੀ ਸੀਹਾ ਉਸ ਨੂੰ ਭੇਜਣਾ ਕੀਤਾ। ਪੁਸ਼ਟ ਧਨਾੜ ਪ੍ਰਵੀਨ ਬਿਲੰਦ। ਕਵੀ ਜੀ ਕਹਿੰਦੇ ਆ ਵੀ ਉਹਦਾ ਜੋ ਭੇਜਿਆ ਹੋਇਆ ਸੀਹਾ ਮਸੰਦ ਸੀ ਨਾ ਉਹ ਬੜਾ ਮੋਟਾ ਤਾਜ਼ਾ ਸੀ ਔਰ ਗੱਲਾਂ ਬਾਤਾਂ ਕਰਨ ਦੇ ਵਿੱਚ ਵੀ ਬੜਾ ਚਤਰ ਸੀ, ਬੜਾ ਸਿਆਣਾ ਸੀ। ਸੋ ਭੇ ਆਏ ਸਨਮਾਨ ਕਰੰਤਾ। ਉਹ ਧੀਰ ਮਲ ਵੱਲੋਂ ਸੀਹਾ ਮਸੰਦ ਭਾਈ ਮੱਖਣ ਸ਼ਾਹ ਦੇ ਪਾਸ ਆ ਕੇ ਬੜੇ ਸਨਮਾਨ ਦੇ ਨਾਲ ਕਹਿਣ ਲੱਗਾ, ਅਦਕ ਸਤਤ ਆਪਣੀ ਉਚਰੰਤਾ। ਉਹ ਆ ਕੇ ਬੜੀ ਆਪਦੇ ਧੀਰ ਮਲ ਦੀ ਔਰ ਆਪ ਦੀ ਸਿਫਤ ਭਾਈ ਮੱਖਣ ਸ਼ਾਹ ਦੇ ਕੋਲ ਕਰ ਰਿਹਾ ਹੈ। ਧੀਰ ਮਲ ਕੇ ਘਰ ਗੁਰ ਆਈ। ਕਹਿਣ ਲੱਗਾ ਜੀ ਅੱਜ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੁੱਤਰ ਆ ਬਾਬਾ ਧੀਰ ਮਲ, ਇਹਦੇ ਕੋਲੇ ਗੁਰਿਆਈ ਹੈ। ਗੁਰੂ 7ਵੇਂ ਪਾਤਸ਼ਾਹ ਮਹਾਰਾਜ ਦਾ ਵੱਡਾ ਭਰਾ ਹੈ ਧੀਰ ਮਲ।
ਇਹਦੇ ਕੋਲੇ ਅੱਜ ਦੇ ਸਮੇਂ ਗੁਰੂ 8ਵੇਂ ਪਾਤਸ਼ਾਹ ਨੇ ਜੋ ਬਚਨ ਕਹੇ ਨਾ ਉਹਨਾਂ ਅਨੁਸਾਰ ਇਹ ਗੁਰੂ ਹੈ 9ਵੇਂ ਥਾਂ। ਸ੍ਰੀ ਹਰਿ ਕ੍ਰਿਸ਼ਨ ਬਿਨੋ ਬਚਦਾਈ। ਵੀ ਜਿਹੜੇ 8ਵੇਂ ਪਾਤਸ਼ਾਹ ਮਹਾਰਾਜ ਨੇ ਦਿੱਲੀ ਵਿੱਚ ਬਚਨ ਕੀਤੇ ਹਨ ਉਹ ਧੀਰਮਲ ਦੀ ਬਾਬਤ ਹੀ ਕੀਤੇ ਹਨ। ਸ੍ਰੀ ਗ੍ਰੰਥ ਭੀ ਇਨ ਢਿਗ ਆਹੈ। ਔਰ ਫਿਰ ਹੋਰ ਵੇਖ ਲਾ ਭਾਈ ਮੱਖਣ ਸ਼ਾਹ 8ਵੇਂ ਪਾਤਸ਼ਾਹ ਨੇ ਬਚਨ ਵੀ ਕੀਤੇ ਹੈ ਔਰ ਦੂਸਰਾ ਜੋ 5ਵੇਂ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਏ ਸਨ ਅੱਜ ਦੇ ਸਮੇਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਪੀੜ ਹੈ ਉਹ ਵੀ ਧੀਰਮਲ ਦੇ ਪਾਸ ਹੈ। ਜੇ ਸ੍ਰੀ ਅਰਜਨ ਕਰ ਕੋ ਆਹੈ। ਵੀ ਜਿਹੜੇ ਸਰੂਪ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਰਾਹੀਂ ਲਿਖਾਏ ਹੈ ਅੱਜ ਦੇ ਸਮੇਂ ਗੁਰੂ ਨਾਨਕ ਦੀ ਗੁਰਤਾ ਗੱਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇਹ ਭਾਈ ਮੱਖਣ ਸ਼ਾਹ ਉਹ ਧੀਰਮਲ ਦੇ ਪਾਸ ਹੈ। ਭਰਾਤ ਭਤੀਜਾ ਗੁਰ ਜਿਨ ਕੇਰੇ। ਧੀਰਮਲ ਦੀ ਸਿਫਤ ਕਰ ਰਿਹਾ ਵੀ ਹੋਰ ਸੁਣ ਵੀ ਜਿਨ੍ਹਾਂ ਦੇ ਛੋਟੇ ਭਰਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਵੀ ਗੁਰੂ ਸਨ ਔਰ ਜਿਨ੍ਹਾਂ ਦੇ ਭਤੀਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਗੁਰੂ ਸਨ। ਤਿਨ ਪਾਛੇ ਇਹੋ ਤਿਨ ਸਮਹੀਰੇ। ਮੈਂ ਤਾਂ ਤੈਨੂੰ ਇਹ ਕਹਿ ਰਿਹਾ ਸੀ ਮਸੰਦ ਭਾਈ ਮੱਖਣ ਸ਼ਾਹ ਤੂੰ ਆਪਦੇ ਮਨ ਵਿੱਚ ਵਿਚਾਰਾਂ ਨੂੰ ਛੱਡ ਕੇ ਜਿਵੇਂ ਮੈਂ ਤੈਨੂੰ ਕਹਿਣਾ ਨਾ ਵੀ ਗੁਰੂ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਨੂੰ ਜਿਵੇਂ ਤੂੰ ਮੰਨਦਾ ਪੂਜਦਾ ਸੀ ਵੇਖਦਾ ਸੀ ਉਸੇ ਨਜ਼ਰ ਦੇ ਨਾਲ ਉਸੇ ਭਾਵਨਾ ਦੇ ਨਾਲ ਤੂੰ ਧੀਰਮਲ ਨੂੰ ਗੁਰੂ ਮੰਨ ਲੈ। ਯਾਤੇ ਕਰ ਵਿਚਾਰ ਮਨ ਮਾਹੀ। ਵੀ ਇਸ ਤਰ੍ਹਾਂ ਦੀ ਮੈਂ ਤਾਂ ਤੈਨੂੰ ਸਿੱਧੀ ਗੱਲ ਮੁਕਾਤੀ ਹੈ ਵੀ ਤੂੰ ਆਪਦੇ ਮਨ ਵਿੱਚ ਸੋਚ ਵਿਚਾਰ ਕਰ ਲੈ ਵੀ ਜਿਨ੍ਹਾਂ ਦੇ ਭਰਾ ਵੀ ਗੁਰੂ ਸੀ ਜਿਨ੍ਹਾਂ ਦੇ ਭਤੀਜਾ ਵੀ ਗੁਰੂ ਸੀ ਔਰ ਜਿਨ੍ਹਾਂ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਹੈ ਉਹਨਾਂ ਤੋਂ ਬਿਨਾਂ ਹੋਰ ਕਿਹੜਾ ਗੁਰੂ ਹੋ ਸਕਦਾ ਹੈ। ਗੁਰ ਲਖ ਪੂਜੈ ਇਨਹਿ ਉਮਾਹੀ। ਤੂੰ ਉਹਨਾਂ ਨੂੰ ਗੁਰੂ ਜਾਣ ਕੇ ਨਾ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਮਹਾਰਾਜ ਦੀ ਤਰ੍ਹਾਂ ਹੀ ਉਹਨਾਂ ਨੂੰ ਮਨ ਪੂਜ। ਦੋਹਰਾ ਇਸ ਪ੍ਰਕਾਰ ਪਹਿਲੇ ਦਿਵਸ। ਕਵੀ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਜਦੋਂ ਭਾਈ ਮੱਖਣ ਸ਼ਾਹ ਨੇ ਜਾ ਕੇ ਪਹਿਲੇ ਦਿਨ ਆਪਣਾ ਡੇਰਾ ਕੀਤਾ ਨਾ ਉਹ ਪਹਿਲੇ ਦਿਨ ਹੀ ਪਠੇ ਸੋ ਨਰ ਸੋ ਦੀਨ। ਜੋ 22 ਗੁਰੂ ਬਣੇ ਸਨ ਉਹਨਾਂ ਨੇ ਆਪਣੇ ਮਨੁੱਖ ਮੱਖਣ ਸ਼ਾਹ ਦੇ ਵੱਲ ਬਾਈਆਂ ਨੇ ਭੇਜਣਾ ਕੀਤੇ। ਨਿਜ ਨਿਜ ਕਹਿਤ ਮਹਾਤਮਨ। ਉਹ ਜਾ ਕੇ ਉਹਨਾਂ ਦੇ ਭੇਜੇ ਹੋਏ ਮਨੁੱਖ ਆਪਦੇ ਗੁਰੂ ਦਾ ਬੜਾ ਮਹਾਤਮ ਕਹਿ ਰਹੇ ਹਨ। ਲੋਭ ਲਹਿਰ ਮਹਿ ਲੀਨ। ਪਰ ਕਵੀ ਜੀ ਕਹਿੰਦੇ ਆ ਵੀ ਹੈ ਉਹ ਸਾਰੇ 22 ਪਖੰਡੀ ਲੋਭ ਦੇ ਮਾਰੇ ਹੋਏ ਮਾਇਆ ਦੇ ਵਾਸਤੇ ਵੀ ਅਮੀਰ ਹੈ ਧਨ ਪਦਾਰਥ ਬਹੁਤ ਹੈ ਇਸ ਕਰਕੇ ਉਹ ਸਾਨੂੰ ਦੇ ਦੇਵੇਗਾ ਆਪਣੇ ਮਨੁੱਖਾਂ ਨੂੰ ਭੇਜ ਰਹੇ ਹਨ। ਚੌਪਈ ਭਈ ਨਿਸਾ ਤਬ ਮੱਖਣ ਸ਼ਾਹੀ। ਇਸ ਤਰ੍ਹਾਂ ਕਵੀ ਜੀ ਕਹਿੰਦੇ ਉਹ ਵੀ ਭਾਈਆਂ ਦੇ ਮਨੁੱਖਾਂ ਨੇ ਆਉਣਾ ਸੀ ਆ ਕੇ ਉਹਨਾਂ ਨੇ ਸਮਾਂ ਲਾ ਕੇ ਕੁੱਕੜ ਵੀ ਬੰਨਣੇ ਸੀ ਆਪਦੇ ਇਸ ਕਰਕੇ ਉਹ ਸਮਾਂ ਉਹ ਸਾਰਾ ਦਿਨ ਹੀ ਇਸੇ ਤਰ੍ਹਾਂ ਬਤੀਤ ਹੋ ਗਿਆ। ਉਹ ਭਾਈਆਂ ਦੇ ਭੇਜੇ ਹੋਏ ਮਨੁੱਖਾਂ ਦੀ ਗੱਲਬਾਤ ਕਰਦਿਆਂ ਹੋਇਆਂ ਸੁਣਦਿਆਂ ਹੋਇਆਂ ਕਨੈ ਗਟੀ ਅਨਗਨ ਮਨ ਮਾਹੀ। ਅਤੇ ਭਾਈ ਮੱਖਣ ਸ਼ਾਹ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗਿੱਟੀਆਂ ਵਿਚਾਰਾਂ ਕਰ ਰਿਹਾ ਵੀ ਕਿਵੇਂ ਮੈਨੂੰ ਮਹਾਰਾਜ ਦੇ ਦਰਸ਼ਨ ਹੋਣ ਜੋ 9ਵੇਂ ਸਥਾਨ ਤੇ ਹਨ। ਕਿਆ ਕਰ ਤਬਿ ਮੋਹਿ ਕੋ ਆਹੈ। ਉਹ ਸੋਚ ਵਿਚਾਰ ਕਰ ਰਿਹਾ ਹੈ ਵੀ ਸਾਰਿਆਂ ਨੇ ਆ ਕੇ ਆਪਦੇ ਗੁਰੂ ਨੂੰ ਮਹਾਨ ਕਿਹਾ ਵੀ ਮੈਨੂੰ ਐਸਾ ਕਿਹੜਾ ਕਰਤੱਵ ਕਰਨਾ ਚਾਹੀਦਾ ਵੀ ਜਿਸ ਨਾਲ ਮੈਨੂੰ ਪਤਾ ਚੱਲੇ ਵੀ ਆਹ ਗੁਰੂ ਅਸਲੀ ਹੈ ਪੂਰਾ ਹੈ। ਇਹੋ ਸਭ ਨਿਜ ਨਿਜ ਦਿਸ ਕੋ ਚਾਹੈ। ਵੀ ਇਹ ਤਾਂ ਸਾਰੇ ਜਿਵੇਂ ਆ ਕੇ ਗੱਲਾਂ ਬਾਤਾਂ ਕਰੇ ਇਹ ਤਾਂ ਆਪਦੇ ਪੱਖ ਦੀਆਂ ਗੱਲਾਂ ਕਰਦੇ ਹਨ ਵੀ ਸਾਡਾ ਗੁਰੂ ਹੀ ਮਹਾਨ ਹੈ ਬਾਕੀ ਪਖੰਡੀ ਹਨ। ਗੁਰ ਪੂਰਨ ਕੀ ਆਸਨ ਹੈ ਬਾਤੀ। ਔਰ ਨਾਲ ਭਾਈ ਮੱਖਣ ਸ਼ਾਹ ਵੀ ਸੋਚ ਰਿਹਾ ਵੀ ਜਿਹੜਾ ਪੂਰਾ ਗੁਰੂ ਹੁੰਦਾ ਨਾ ਉਹਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ। ਜੋ ਸਭ ਜਗ ਦਾਤਾ ਬਖਿਆਤੀ। ਵੀ ਜਿਹੜਾ ਪੂਰਾ ਗੁਰੂ ਹੁੰਦਾ ਨਾ ਉਹ ਤਾਂ ਸਾਰੇ ਸੰਸਾਰ ਨੂੰ ਦੇਣ ਵਾਲਾ ਹੁੰਦਾ ਹੈ। ਸਭ ਕੋ ਜਾਚਿਤ ਦੇਵਤ ਜੋਏ। ਉਹ ਸੰਸਾਰ ਦੇ ਲੋਕ ਪੂਰਾ ਗੁਰੂ ਹੁੰਦਾ ਜਿਹੜਾ ਉਹ ਤੋਂ
ਜਾ ਕੇ ਉਹ ਮੰਗਦੇ ਆਪਣੀ ਇੱਛਾ ਅਨੁਸਾਰ। ਉਹ ਸਾਰੇ ਸੰਸਾਰ ਦਾ ਦਾਤਾ ਹੁੰਦਾ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ ਹੁੰਦਾ ਹੈ। ਤਿਸ ਕੀ ਦਸ਼ਾ ਸੋ ਅਸ ਕਸ ਹੋਏ। ਵੀ ਇਹ ਸਾਰੇ ਮਨੁੱਖ ਭੇਜ ਕੇ ਵੀ ਆਪਦੇ ਵੱਲ ਖਿੱਚ ਰਹੇ ਆ ਵੀ ਇਹ ਪੂਰੇ ਗੁਰੂ ਦੀ ਤਾਂ ਨਹੀਂ ਨਿਸ਼ਾਨੀ, ਪੂਰਾ ਗੁਰੂ ਤਾਂ ਐਸਾ ਨਹੀਂ ਕਰਦਾ ਹੁੰਦਾ। ਧਨ ਹਿਤ ਮੋਹ ਦਿਸ ਮਨ ਜਿ ਪਠਾਈ। ਹੁਣ ਬਿਜ਼ਨਸਮੈਨ ਸੀ, ਪੜ੍ਹਿਆ ਲਿਖਿਆ ਸੀ, ਸਿਆਣਾ ਸੀ, ਸੋਚ ਰਿਹਾ ਵੀ ਇਹ ਤਾਂ ਮਾਇਆ ਵੇਖ ਕੇ ਆਪਦੇ ਮਨੁੱਖਾਂ ਨੂੰ ਮੇਰੇ ਵੱਲ ਵੀ ਆ ਜਾਵੇ, ਇਸ ਕਰਕੇ ਭੇਜਦੇ ਹਨ। ਅਨਕ ਭਾਂਤ ਕੀ ਬਾਤ ਬਣਾਈ। ਵੀ ਇਸ ਤਰ੍ਹਾਂ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮੇਰੇ ਕੋਲ ਆਏ ਕਰਦੇ ਆ ਵੀ ਸਾਡਾ ਗੁਰੂ ਮਹਾਨ ਹੈ। ਨਿਜ ਨਿਜ ਸਤੁਤ ਕਹਿਤ ਹਿਤ ਪਾਏ। ਵੀ ਮਾਇਆ ਦੇ ਲੋਭੀ ਹੋ ਕੇ ਵੀ ਸਾਨੂੰ ਧਨ ਪਦਾਰਥ ਮਾਇਆ ਦੇ ਦੇਵੇਗਾ, ਇਸ ਕਰਕੇ ਆਪਦੇ ਗੁਰੂ ਦੀ ਬੜੀ ਭਾਰੀ ਉਸਤਤ ਕਰਦੇ ਹਨ। ਹੁੰਡੀ ਨਿਦਨ ਸਾਹੋ ਕੇ ਪਾਈ। ਇਹ ਤਾਂ ਉਹ ਗੱਲ ਹੈ, ਭਾਈ ਮੱਖਣ ਸ਼ਾਹ ਸੋਚ ਰਿਹਾ ਵੀ ਜਿਵੇਂ ਸ਼ਾਹੂਕਾਰ ਦੀ ਹੁੰਡੀ ਪੁਰਾਣੇ ਸਮੇਂ ਵਿੱਚ, ਜਿਵੇਂ ਅੱਜ ਦੇ ਸਮੇਂ ਦਾ ਬੈਂਕਾਂ ਨਾ, ਵੀ ਬੈਂਕ ਦੇ ਵਿੱਚ ਆਪਾਂ ਪੈਸੇ ਜਮ੍ਹਾਂ ਕਰਾ ਸਕਦੇ ਹਾਂ ਔਰ ਕਿਸੇ ਵੀ ਬ੍ਰਾਂਚ ਤੋਂ ਲੈ ਸਕਦੇ ਹਾਂ, ਪਰ ਉਸ ਸਮੇਂ ਹੁੰਡੀ ਚੱਲਦੀ ਸੀ ਸ਼ਾਹੂਕਾਰਾਂ ਦੀ। ਜਿਵੇਂ ਅੱਜ ਦੇ ਸਮੇਂ ਵੀ ਹਵਾਲੇ ਵਾਲੇ ਪੈਸੇ ਰੱਖਦੇ ਆ ਨਾ, ਵੀ ਜਿਵੇਂ ਆਪਾਂ ਬਾਹਰ ਉੱਥੇ ਜਮ੍ਹਾਂ ਕਰਾ ਦਈਏ, ਉਹ ਇੱਥੇ ਹਵਾਲੇ ਵਾਲੇ ਜਿੱਥੇ ਆਪਾਂ ਕਹੀਏ ਉਹ ਦੇ ਜਾਂਦੇ ਆ। ਉਹ ਹਵਾਲੇ ਵਾਲਾ ਸਿਸਟਮ ਵੀ ਪਹਿਲਾਂ ਚੱਲਦਾ ਸੀ। ਉਹ ਸ਼ਾਹੂਕਾਰ ਦੇ ਪਾਸ ਧਨ ਜਮ੍ਹਾਂ ਕਰਾ ਕੇ ਉਸ ਦੇ ਪਾਸੋਂ ਪਰਚੀ ਲਿਖਾ ਲਈਦੀ ਸੀ। ਉਸ ਦੀ ਜੋ ਲੈਟਰ ਪੈਡ ਹੁੰਦੀ ਸੀ ਉਹਦੇ ਉੱਪਰ ਲਿਖਾ ਕੇ ਜਿੱਥੇ ਜਾਣਾ ਹੁੰਦਾ ਉਸ ਦੀ ਜਾ ਕੇ ਦੁਕਾਨ ਤੋਂ, ਬ੍ਰਾਂਚ ਤੋਂ ਉਹ ਦਿਖਾ ਕੇ ਉਹਦੀ ਲੈਟਰ ਪੈਡ ਧਨ ਪਦਾਰਥ ਲੈ ਲਈਦਾ ਸੀ। ਤੇ ਮੱਖਣ ਸ਼ਾਹ ਕਹਿ ਰਿਹਾ ਵੀ ਇਹ ਤਾਂ ਉਹ ਗੱਲ ਹੈ ਵੀ ਸ਼ਾਹੂਕਾਰ ਦੀ ਹੁੰਡੀ ਹੈ, ਹੁੰਡੀ ਚੱਲਦੀ ਹੈ, ਹਵਾਲਾ ਚੱਲਦਾ ਹੈ, ਪਰ ਇਹ ਸਾਰੇ ਨਾਂਗਾ ਹੀ ਚਲਾਉਣ ਨੂੰ ਆਪਦਾ ਫਿਰਦੇ ਹਨ। ਗੁਰ ਧਨ ਜੀ ਗੁਰ ਢਿਗ ਚਲ ਨਹਿ ਜਾਏ। ਔਰ ਨਾਲ ਇਹ ਸੋਚ ਰਿਹਾ ਵੀ ਜਿਹੜਾ ਮੈਂ 500 ਮੋਹਰ ਮਹਾਰਾਜ ਦੇ ਘਰ ਦੀ ਸੁਖੀ ਹੈ, ਵੀ ਜੇ ਉਹ ਗੁਰੂ ਘਰ ਦੇ ਵਿੱਚ ਨਾ ਗਿਆ, ਸਹੀ ਥਾਂ ਤੇ ਨਾ ਪਹੁੰਚਿਆ, ਅਸਮੰਜਸ ਮੋਹ ਕੋ ਬਨ ਆਏ। ਫੇਰ ਤਾਂ ਮੈਨੂੰ ਬੜੀ ਕਠਿਨ ਹੋ ਜਾਵੇਗੀ ਗੱਲ ਵੀ ਇੱਕ ਤਾਂ ਸਹੀ ਜਿੱਥੇ ਦੀ ਸੁਖਣਾ ਸੁਖੀ ਉੱਥੇ ਨਹੀਂ ਪਹੁੰਚੀ, ਜਦੋਂ ਉੱਥੇ ਨਹੀਂ ਪਹੁੰਚੀ ਤੇ ਇੱਕ ਤਾਂ ਮੇਰੀ ਜਿਹੜੀ ਸੁਖਣਾ ਉਹ ਨਹੀਂ ਪੂਰੀ ਹੋਣੀ, ਦੂਸਰਾ ਪਖੰਡੀ ਦੇ ਕੋਲ ਕਿਸੇ ਕੋਲੇ 500 ਹੋਰ ਚਲੀ ਗਈ, ਉਹ ਮਾਇਆ ਵੀ ਮੇਰੀ ਨਿਸ਼ਫਲ ਜਾਊਗੀ। ਵੀ ਬੜੀ ਇਹ ਕਠਿਨ ਜੀ ਗੱਲ ਹੋ ਗਈ ਵੀ ਮੈਂ ਕਿਵੇਂ ਅਸਲੀ ਗੁਰੂ ਨੂੰ ਲੱਭ ਕੇ, ਪੂਰੇ ਗੁਰੂ ਨੂੰ ਲੱਭ ਕੇ ਆਪਣੀ ਜੋ ਸੁਖਣਾ ਉਹ ਪੂਰੀ ਕਰਾਂ। ਭਈ ਸਹਾਇਕ ਸਾਗਰ ਮਾਹੀ। ਔਰ ਇਹ ਵਿਚਾਰ ਕਰ ਰਿਹਾ ਵੀ ਕਿਹੜੇ ਇਹਨਾਂ ਦੇ ਵਿੱਚੋਂ ਮਹਾਨ ਹਨ ਜਿਨ੍ਹਾਂ ਨੇ ਸਮੁੰਦਰ ਦੇ ਵਿੱਚ ਮੇਰੀ ਸਹਾਇਤਾ ਮਦਦ ਕੀਤੀ ਹੈ। ਲਾਭ ਅਦਕ ਤਿਨ ਕਿਰਪਾ ਸੁ ਪਾਹੀ। ਬਈ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰੇ ਫਸੇ ਹੋਏ ਜਹਾਜ਼ ਨੂੰ ਚਲਾਇਆ ਔਰ ਸਮਾਨ ਵੇਚ ਕੇ ਬਿਜ਼ਨਸ ਕਰਕੇ ਮੈਨੂੰ ਬੜਾ ਭਾਰੀ ਲਾਭ ਹੋਇਆ, ਉਹ ਕਿਹੜੇ ਐਸੇ ਮਹਾਨ ਹਨ। ਪਹੁੰਚੈ ਭੇਟ ਨ ਤਿਨ ਕੇ ਪਾਹੀ। ਔਰ ਨਾਲ ਸੋਚ ਰਿਹਾ ਵੀ ਜਿਹੜੇ ਮਹਾਨ ਗੁਰੂ ਨੇ ਮੇਰੀ ਮਦਦ ਕੀਤੀ ਹੈ ਸਮੁੰਦਰ ਦੇ ਵਿੱਚ, ਵੀ ਜੇ ਕਿਤੇ ਭੇਟਾ ਉਹਨਾਂ ਦੇ ਪਾਸ ਨਾ ਪਹੁੰਚੀ, ਇਸ ਤੇ ਵੱਡੋ ਦੇਸ ਕੋ ਆਹੀ। ਵੀ ਇਹ ਤੋਂ ਵੱਡਾ ਹੋਰ ਕੋਈ ਦੋਸ਼ ਨਹੀਂ ਮੈਨੂੰ ਲੱਗੇਗਾ ਵੀ ਮੇਰੀ ਸੁਖਣਾ ਉਹ ਪੂਰੇ ਗੁਰੂ ਦੇ ਪਾਸ ਨਹੀਂ ਪਹੁੰਚੀ, ਮੈਨੂੰ ਬੜਾ ਭਾਰੀ ਦੋਸ਼ ਲੱਗੇਗਾ। ਮੁਝ ਤੇ ਜਾਣਿਓ ਪਰ ਨ ਕੋਈ। ਔਰ ਇਹ ਸੋਚ ਵਿਚਾਰ ਕਰ ਰਿਹਾ ਵੀ ਮੇਰੇ ਤੋਂ ਤਾਂ ਹੁਣ ਇਹ ਕੋਈ ਜਾਣਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ ਵੀ ਇਹਨਾਂ ਬਾਈਆਂ ਦੇ ਵਿੱਚੋਂ ਅਸਲੀ ਗੁਰੂ, ਪੂਰਾ ਗੁਰੂ ਕਿਹੜਾ ਹੈ। ਦਰਸ਼ਨ ਕਰੋ ਦੁਰਗ ਦੇਹੁ ਸੋਈ। ਵੀ ਇਹਨਾਂ ਬਾਈਆਂ ਦੇ ਵਿੱਚੋਂ ਕਿਹੜਾ ਪੂਰਾ ਗੁਰੂ ਹੈ ਵੀ ਜਿਹਦੇ ਮੈਂ ਦਰਸ਼ਨ ਕਰਾਂ। ਕੌਣ ਜੁਗਤ ਤੇ ਗੁਰ ਕੋ ਪਾਵੋ। ਔਰ ਮਨ ਵਿੱਚ ਸੋਚ ਵਿਚਾਰ ਕਰ ਰਿਹਾ ਵੀ ਮੈਂ ਕਿਹੜਾ ਹੱਕ ਉਪਰਾਲਾ ਕਰਾਂ, ਕਿਹੜਾ ਹੀਲਾ ਕਰਾਂ ਵੀ ਜਿਹਦੇ ਨਾਲ ਮੈਨੂੰ ਪੂਰੇ ਗੁਰੂ ਦੇ ਦਰਸ਼ਨ ਹੋਣ। ਕਹਿ ਨਿਜ ਮਨ ਕੀ ਆਸ ਪੁਰਾਵੋ। ਮੇਰੇ ਮਨ ਦੀ ਆਸਾ ਵੀ ਪੂਰੀ ਹੋ ਜਾਵੇ, ਪੂਰੇ ਸਤਿਗੁਰਾਂ ਦੇ ਮੈਨੂੰ ਦਰਸ਼ਨ ਹੋ ਜਾਣ। ਆਵਨ ਸਫਲ ਹੋਏ ਤਬ ਮੇਰਾ। ਪੂਰੇ ਸਤਿਗੁਰੂ ਦੇ ਮੈਨੂੰ ਦਰਸ਼ਨ ਹੋ ਜਾਣ, ਮੇਰਾ ਆਇਆ ਹੋਇਆ ਵੀ
ਇਸ ਬਕਾਲੇ ਸ਼ਹਿਰ ਦੇ ਵਿੱਚ ਸਫਲ ਹੋ ਜਾਵੇ। ਦਰਸ਼ਨ ਕਰ ਪਰਸੂ ਗੁਰ ਪੈਰਾ। ਉਹ ਪੂਰਾ ਗੁਰੂ ਐਸਾ ਕਿਹੜਾ ਹੈ ਵੀ ਜਿਹਦੇ ਦਰਸ਼ਨ ਕਰਕੇ ਮੈਂ ਉਹਨਾਂ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖਾਂ, ਪੂਜਾ ਕਰਾਂ। ਹਿਰਦੈ ਵਿਚਾਰਤ ਏਮ ਫੁਰ ਆਈ। ਇਸ ਤਰ੍ਹਾਂ ਸੋਚ ਵਿਚਾਰ ਕਰਦਿਆਂ ਹੋਇਆਂ ਉਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ, ਇੱਕ ਵਿਚਾਰ ਆਇਆ। ਦੋਏ ਦੋਏ ਮੋਹਰ ਦਿਓ ਸਭ ਤਾਈ। ਬਈ ਕੱਲ ਨੂੰ ਸਵੇਰ ਹੁੰਦਿਆਂ ਸਾਰੇ ਜੋ 22 ਗੁਰੂ ਆ ਨਾ, ਇਹਨਾਂ ਸਾਰਿਆਂ ਦੇ ਪਾਸ ਮੈਂ ਜਾਵਾਂ ਦਰਸ਼ਨ ਕਰਨ ਵਾਸਤੇ, ਔਰ ਸਾਰਿਆਂ ਨੂੰ ਦੋ ਦੋ ਮੋਹਰਾਂ ਅੱਗੇ ਇਹਨਾਂ ਦੇ ਰੱਖ ਕੇ ਵੈਗੁਰ ਪੂਰਾ ਜੋ ਇਨ ਮਾਹੀ। ਔਰ ਮੈਂ ਆਪਣੇ ਮਨ ਦੇ ਵਿੱਚ ਹੀ ਅਰਦਾਸ ਕਰਾਂ ਵੀ ਜਿਹੜਾ ਮਹਾਰਾਜ ਤੁਹਾਡੇ ਵਿੱਚੋਂ ਪੂਰਾ ਗੁਰੂ ਹੈ, ਜਿਹਨੇ ਮੇਰੀ ਮਦਦ ਕੀਤੀ ਹੈ, ਸਹਾਇਤਾ ਕੀਤੀ ਹੈ। ਦਸਾ ਬਤਾਵੋ ਸਿੰਧ ਜੋ ਥਾਹੀ। ਉਹ ਸਮੁੰਦਰ ਦੀ ਜੋ ਹਾਲਤ ਹੈ ਨਾ, ਉਹ ਸਾਰਾ ਪ੍ਰਸੰਗ ਮੈਨੂੰ ਉਹ ਗੁਰੂ ਕਹੇ, ਫਿਰ ਮੈਂ ਜੋ ਆਪਣੀ ਸੁਖਣਾ ਵਾਲੀਆਂ ਜੋ ਮੋਹਰਾਂ ਨਾ ਉਹ ਉਹਨਾਂ ਦੇ ਅੱਗੇ ਅਰਪਣ ਕਰ ਦਿਆਂਗਾ। ਤੋ ਸਾਚੋ ਗੁਰ ਮਾਨ ਪੁਜਾਵੇ। ਫਿਰ ਮੇਰੇ ਮਨ ਦੇ ਵਿੱਚ ਯਕੀਨ ਆ ਜਾਵੇਗਾ, ਸੱਚ ਆ ਜਾਵੇਗਾ ਕਿ ਇਹ ਹੀ ਪੂਰਾ ਗੁਰੂ ਹੈ, ਜੇ ਉਹ ਮੈਨੂੰ ਸਮੁੰਦਰ ਦਾ ਸਾਰਾ ਹਾਲ ਦੱਸ ਦੇਣ। ਨਹਿ ਤੋ ਅਸਵਿਦ ਨੀਕ ਲਖਾਵੋ। ਵੀ ਨਹੀਂ ਤਾਂ ਜੇ ਉਹ ਇਹਨਾਂ ਦੇ ਵਿੱਚੋਂ ਕਿਸੇ ਨੇ ਨਾ ਦੱਸਿਆ ਉਹ ਸਮੁੰਦਰ ਦਾ ਸਾਰਾ ਪ੍ਰਸੰਗ, ਤਾਂ ਫਿਰ ਤਾਂ ਇਹ ਗੱਲ ਠੀਕ ਨਹੀਂ ਹੋਣੀ। ਵੀ ਇਹ ਸੋਚ ਵਿਚਾਰ ਕਰ ਰਿਹਾ ਵੀ ਮੈਂ ਜਾ ਕੇ ਦੋ ਮੋਹਰਾਂ ਰੱਖ ਕੇ ਹਰ ਗੁਰੂ ਦੇ ਅੱਗੇ ਅਰਦਾਸ ਕਰਾਂ ਵੀ ਜੇ ਉਹ ਦੱਸ ਦੇਣ ਉਹ ਪੂਰੇ ਹੋਣਗੇ। ਚਲਿਓ ਜਹਾਜ ਆਪ ਤਿਸ ਬਾਰੀ। ਉਹ ਮੈਨੂੰ ਦੱਸ ਦੇਣ। ਜੇ ਇਹਨਾਂ ਦੇ ਵਿੱਚੋਂ ਕਿਸੇ ਨੇ ਮੈਨੂੰ ਨਾ ਦੱਸਿਆ, ਫਿਰ ਮੈਂ ਇਹ ਸਮਝ ਲਵਾਂਗਾ ਵੀ ਇਹਨਾਂ ਦੇ ਵਿੱਚੋਂ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ, ਉਹ ਤੇ ਹਵਾ ਦੇ ਨਾਲ ਹੀ ਮੇਰੇ ਯਤਨ ਕੀਤਿਆਂ ਹੋਇਆ ਹੀ ਜਹਾਜ਼ ਚੱਲਿਆ, ਵੀ ਗੁਰੂ ਨੇ ਮੇਰੀ ਬਾਂਹ ਨਹੀਂ ਪਕੜੀ, ਮੈਂ ਸਮਝ ਲਵਾਂਗਾ। ਮੇਘ ਪ੍ਰਪੰਜਨ ਤੇ ਚੜ ਬਾਰੀ। ਵੀ ਹਵਾ ਦਾ ਤੇਜ ਵੇਗ ਬੁੱਲਾ ਆਇਆ ਔਰ ਮੇਰੇ ਮਨੁੱਖਾਂ ਨੇ ਬੜਾ ਜ਼ੋਰ ਲਾਇਆ ਵੀ ਇਹਦੇ ਨਾਲ ਹੀ ਜਹਾਜ਼ ਚੱਲਿਆ, ਵੀ ਗੁਰੂ ਨੇ ਮੇਰੀ ਮਦਦ ਨਹੀਂ ਕੀਤੀ। ਵੀ ਜੇ ਇਹਨਾਂ ਦੇ ਵਿੱਚੋਂ ਕਿਸੇ ਨੇ ਮੈਨੂੰ ਨਾ ਸਾਰਾ ਸਮੁੰਦਰ ਦਾ ਹਾਲ ਦੱਸਿਆ, ਇਸ ਤੇ ਅਪਰ ਉਪਾਏ ਨ ਦੂਜਾ। ਵੀ ਇਸ ਤੋਂ ਬਿਨਾਂ ਭਾਈ ਮੱਖਣ ਸਾਹਿਬ ਦੇ ਮਨ ਵਿੱਚ ਸੋਚ ਵਿਚਾਰ ਕਰ ਰਿਹਾ ਹੈ ਵੀ ਹੋਰ ਕੋਈ ਹੀਲਾ, ਕੋਈ ਉਪਰਾਲਾ ਨਹੀਂ ਹੋ ਸਕਦਾ। ਪਾਵੋ ਗੁਰੂ ਕਰੋ ਪਗ ਪੂਜਾ। ਵੀ ਜੇ ਮੈਨੂੰ ਉਹ ਸਮੁੰਦਰ ਦਾ ਸਾਰਾ ਪ੍ਰਸੰਗ ਹਾਲ ਦੱਸ ਦੇਣ, ਉਹ ਪੂਰੇ ਗੁਰੂ ਹੋਣਗੇ, ਮੈਂ ਉਹਨਾਂ ਦੇ ਚਰਨਾਂ ਦੀ ਪੂਜਾ ਕਰਾਂਗਾ। ਏਮ ਨਿਸ਼ਚੈ ਕਰਕੇ ਉਰ ਮਾਹੀ। ਇਸ ਤਰ੍ਹਾਂ ਦਾ ਨਿਸ਼ਚਾ ਕਰਕੇ, ਸੋਚ ਵਿਚਾਰ ਕਰਕੇ, ਇਹ ਗੱਲ ਨੂੰ ਪੱਕੀ ਕਰਕੇ ਭਾਈ ਮੱਖਣ ਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਪਰਿਓ ਸੇਜ ਪਰ ਨਿੰਦਰਾ ਆਹੀ। ਰਾਤ ਦਾ ਸਮਾਂ ਸੀ, ਇਸ ਤਰ੍ਹਾਂ ਸੋਚ ਵਿਚਾਰ ਕਰਕੇ ਨਿਰਣਾ ਇਹ ਕਰ ਲਿਆ ਵੀ ਸਵੇਰੇ ਜਾ ਕੇ ਸਾਰਿਆਂ ਦੇ ਅੱਗੇ ਦੋ ਦੋ ਮੋਹਰਾਂ ਰੱਖ ਕੇ ਅਰਦਾਸ ਬੇਨਤੀ ਕਰਾਂ ਕਿ ਮਹਾਰਾਜ ਜੇ ਤੁਸੀਂ ਪੂਰੇ ਗੁਰੂ ਹੋ, ਤੁਸੀਂ ਮੇਰੀ ਮਦਦ ਕੀਤੀ ਹੈ, ਤੁਸੀਂ ਮੈਨੂੰ ਸਮੁੰਦਰ ਦਾ ਸਾਰਾ ਹਾਲ ਸੁਣਾਓ, ਦੱਸੋ। ਇਹ ਗੱਲ ਠੀਕ ਹੈ। ਇਹ ਨਿਰਣਾ ਕਰਕੇ ਪੱਕੀ ਇਸ ਨੂੰ ਕਰਕੇ ਰਾਤ ਦਾ ਸਮਾਂ ਹੋਇਆ ਜਾਣ ਕੇ ਉਹ ਸੌਂ ਗਿਆ। ਜਿਵੇਂ ਅਗਲੇ ਦਿਨ ਜਾ ਕੇ ਭਾਈ ਮੱਖਣ ਸ਼ਾਹ ਨੇ ਇਸ ਤਰ੍ਹਾਂ ਹੀ ਕੀਤਾ, ਜਿਵੇਂ ਉਹ ਬਾਈਆਂ ਦੇ ਵਿੱਚੋਂ ਕੋਈ ਵੀ ਪੂਰਾ ਨਾ ਉਤਰਿਆ। ਫਿਰ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉਸਨੂੰ ਦਰਸ਼ਨ ਹੋਏ, ਉਹ ਸਾਰਾ ਪ੍ਰਸੰਗ ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਸੁਣਾਂਗੇ। ਸੋ ਅੱਜ ਸਮਾਂ ਵੀ ਉੱਪਰ ਹੀ ਜਾ ਰਿਹਾ, ਪ੍ਰਸੰਗ ਵੀ ਪੂਰਾ ਹੋ ਗਿਆ। ਸੋ ਆਪਾਂ ਹੁਣ ਇੱਥੇ ਸਮਾਪਤੀ ਕਰੀਏ ਜੀ। ਸੋ 5 ਮਿੰਟ ਵਾਸਤੇ ਆਪਾਂ ਸਾਰੀ ਸੰਗਤ ਭਾਈ ਮੂਲ ਮੰਤਰ ਦਾ ਜਾਪ ਕਰੀਏ। ਕੋਈ ਵੀ ਰਸਨਾ ਭਾਈ ਵਾਂਝੀ ਨਾ ਰਹੇ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਇੱਕ।